बाबा जी ये गुरुद्वारा साहिब बारे जिहड़ी गल सामने आ रही है ढाया जा रहा है कि वो कारण की हैगा कि ये जगह वेच चुकी है जां इत्थे साम संभाल नहीं हो रही गुरु साहब दे जिहड़ा श्री ग्रंथ साहिब महाराज जी की गल की हुई है। गुरुद्वारा कहते ने 13 मरल सांप की आई इनको डेरे वाला ले गया जो सुन जाया अपना जी जी मैं कहना पै जो सुनी जो गई तो जिन्हें हटाओ आप जी ये आप कहना ये 13 तो बाकी हट रहे हैं तो बाकी जो गल की मैं कहता तो मैं सेवा करा कितने जिन्नी जिंदगी मेरी हैगी आ पिंड की चाहुंदा है क्योंकि जी पिंड कोले होर जगह हैगी है किते होर उसारी करन दी पिंड वालियां ने सोची हुई है। जद्दी पुश्ती नगर आ पिंड आ ਇੱਥੇ ਹੀ ਸਾਰੀ ਸਾਧ ਸੰਗਤ ਨੇ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਾਇਆ ਪਰ ਕੁਝ ਲੋਕ ਪਿੰਡ ਦੇ ਸ਼ਰਾਰਤੀ ਅਨਸਰ ਜਿਹੜੇ ਆ ਉਹ ਲਿਖ ਕੇ ਤੇ ਸ਼੍ਰੋਮਣੀ ਕਮੇਟੀ ਨੂੰ ਦੇ ਗਏ ਕਿ ਇੱਥੇ ਕੋਠਾ ਆ ਤੇ ਇੱਥੇ ਗੁਰੂ ਸਾਹਿਬ ਦੀ ਕੋਈ ਸਾਂਭ ਸੰਭਾਲ ਨਹੀਂ ਹੋ ਰਹੀ ਤੇ ਇਹਨੂੰ ਇੱਥੋਂ ਜਿਹੜਾ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਜਿਹੜਾ ਪੁੱਟਿਆ ਜਾਵੇ ਤੇ ਕੁਝ ਲੋਕ ਗ੍ਰੰਥੀ ਸਿੰਘ ਨੂੰ ਧਮਕੀਆਂ ਦਿੰਦੇ ਆ ਵੀ ਇੱਥੇ ਚਲਿਆ ਜਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੋਂ ਜਾਂਚ ਕਰਕੇ ਜਾ ਚੁੱਕੀ ਹੈ ਤੇ ਕੀ ਉਹਨਾਂ ਨੇ ਲਿਖਿਆ ਜਾਂ ਕੀ ਵੇਖਿਆ? ਸ਼੍ਰੋਮਣੀ ਕਮੇਟੀ ਨੇ ਜਿਹੜੇ ਨੁਮਾਇੰਦੇ ਭੇਜੇ ਸੀ ਸਤਿਕਾਰ ਕਮੇਟੀ ਦੇ ਉਹ ਵੀ ਬੰਦਿਆਂ ਨੇ ਕੋਈ ਇੱਥੇ ਅਨਾਉਂਸਮੈਂਟ ਨਹੀਂ ਕਰਾਈ ਕਿਸੇ ਪਿੰਡ ਦੇ ਜਿਹੜਾ ਵਸਨੀਕ ਉਹਨੂੰ ਪੁੱਛਿਆ ਨਹੀਂ ਕੋਈ ਉਹਨਾਂ ਨੇ ਪਹੁੰਚਾਣ ਨਹੀਂ ਕੀਤੀ ਅੰਦਰ ਬੈਠ ਕੇ ਜਿਹੜੀ ਆ ਰਿਪੋਰਟ ਕਰ ਦਿੱਤੀ ਜੀ ਇੱਥੇ ਇੱਕੋ ਹੀ ਕਮਰਾ ਆ ਤੇ ਤੁਸੀਂ ਹੁਣ ਵੇਖ ਰਹੇ ਹੋ ਇੱਕ ਕਮਰਾ ਜਾਂ ਕਿੰਨੇ ਕਮਰੇ ਨੇ ਨਿਸ਼ਾਨ ਸਾਹਿਬ ਇੱਥੇ ਝੂਲਣ ਡਏ ਨੇ। ਗੁਰਦੁਆਰਾ ਸਾਹਿਬ ਨੂੰ ਲੈ ਕੇ ਤੁਸੀਂ ਪਹੁੰਚੇ ਹੋ ਕਿ ਉਸ ਦੀ ਇਮਾਰਤ ਨੂੰ ਢਾਇਆ ਜਾਣਾ ਹੈ। ਤੁਸੀਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਸੀ ਅੱਜ ਵੀ ਤੁਸੀਂ ਮੰਗ ਪੱਤਰ ਦਿੱਤਾ ਹੈ ਉਹ ਸਾਰਾ ਵਿਸਤਾਰ ਜ਼ਰੂਰ ਦੱਸੋ। ਇਸ ਡੇਰੇ ਬਿਆਸ ਵੱਲੋਂ ਜੋ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਆ ਜ਼ਬਰਦਸਤੀ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਨੇ ਰਾਧਾ ਸਵਾਮੀ ਮੁਖੀ ਦੇ ਜਿਹੜੇ ਇੱਥੋਂ ਦੇ ਲੋਕਾਂ ਦੇ ਨਾਲ ਧੱਕੇ ਕੀਤੇ ਜਾ ਰਹੇ ਨੇ ਮੈਂ ਉਹਨਾਂ ਨੂੰ ਉਜਾਗਰ ਕਰ ਰਿਹਾ। ਤਹਿਸੀਲਦਾਰ ਤੇ ਪਟਵਾਰੀ ਗਰਦੌਰ ਜਿਹੜੇ ਨੇ ਇਹ ਆਰਟੀਆਈ 'ਚ ਮੈਨੂੰ ਰਿਪੋਰਟ ਦੇ ਰਹੇ ਨੇ ਕਿ ਇਸ ਖਸਰਾ ਨੰਬਰ ਦੇ ਵਿੱਚ ਜਿਹੜਾ ਇਹਦੀ ਰਜਿਸਟਰੀ ਹੋ ਚੁੱਕੀ ਆ ਔਰ ਇਸ ਟਾਈਮ ਤੇ ਮੌਕੇ ਤੇ ਜੋ ਮਾਲਕ ਹੈ ਉਹ ਰਾਧਾ ਸਵਾਮੀ ਸਤਸੰਗ ਬਿਆਸ ਸੁਸਾਇਟੀ ਆ ਜਿਹਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ। ਇੱਥੋਂ ਦਾ ਜਿਹੜਾ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਹੈ ਬਲਵਿੰਦਰ ਸਿੰਘ ਉਹਨੇ ਇੱਕ ਆ ਜਿਹੜੀ ਚਿੱਠੀ ਜਿਹੜੀ ਆ ਇਹ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਤੇ ਉਹ ਚਿੱਠੀ ਲਿਖਦਾ ਹੈ ਕਿ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਜਿਹੜੀ ਆ ਉਹ ਨਹੀਂ ਹੋ ਰਹੀ ਗ੍ਰੰਥੀ ਸਿੰਘ ਜਿਹੜਾ ਹੈ ਉਹ ਇੱਥੇ ਸੇਵਾ ਨਹੀਂ ਕਰ ਸਕਦਾ ਉਹਦਾ ਕੋਈ ਕਮਾਈ ਦਾ ਸਾਧਨ ਨਹੀਂ ਇੱਥੇ ਜ਼ਮੀਨ ਨਹੀਂ ਕੁਛ ਨਹੀਂ ਲੋਕ ਆਉਂਦੇ ਨਹੀਂਗੇ ਤੇ ਇਸ ਕਰਕੇ ਇੱਥੋਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹਟਾਇਆ ਜਾਵੇ ਨਿਸ਼ਾਨ ਸਾਹਿਬ ਵੀ ਹਟਾਇਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਆ ਤਾਂ ਉਹ ਵੀ 100 ਦਿਨ ਦੇ ਲਈ 100 ਹਲਕਿਆਂ ਦਾ ਜਿਹੜਾ ਆ ਉਹ ਦੌਰਾ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਤਾਂ ਉਹ ਵੀ ਇਹਦੇ ਵਿੱਚ ਕਾਫੀ ਸਰਗਰਮ ਹੋਏ ਪਏ ਨੇ ਕਿ ਹੁਣੇ ਪਿੰਡ ਵਾਸੀ ਜਿਹੜੇ ਜਿੰਨੇ ਵੀ ਤੁਸੀਂ ਦੱਸ ਦਿਓ 8-10 ਹੁਣੇ ਇਕੱਠੇ ਹੋ ਕੇ ਨਾ ਵੋਟ ਪਾਉਣ ਦਾ ਜਾਂ ਉਹਨਾਂ ਨੂੰ ਸਰਕਾਰ ਨੂੰ ਕੁਝ ਕਹਿਣ ਦਾ ਇਹਨਾਂ ਦਾ ਕੋਈ ਹੈਗਾ ਪਲਾਨ? ਇਹ ਇੰਨੇ ਭੈਭੀਤ ਨੇ ਕਿ ਜੇ ਅਸੀਂ ਕਿਸੇ ਨੂੰ ਪੁੱਛ ਲਿਆ ਤੇ ਸਾਡੇ ਤੇ ਕੇਸ ਪਾ ਦੇਣਗੇ। ਇੱਥੇ ਤੇ ਇਹਨਾਂ ਨੂੰ ਪਰਸੋਂ ਤੋਂ ਧਮਕੀਆਂ ਮਿਲ ਰਹੀਆਂ ਨੇ ਭਈ ਤੁਸੀਂ ਬਲਦੇਵ ਸਿੰਘ ਸਰਸੇ ਨੂੰ ਬੁਲਾਇਆ ਇੱਥੇ ਤੇ ਹੁਣ ਤੁਸੀਂ ਵੇਖੋ ਤੁਹਾਡੇ ਨਾਲ ਬਣਦਾ ਕੀ ਆ। ਇਹਨੇ ਤੇ ਪਤਾ ਨਹੀਂ ਕਿੰਨੇ ਕਤਲ ਕਰਵਾਤੇ ਇੱਥੇ ਕੀ ਕੁਝ ਕਰਾਤਾ। ਇਹ ਕੋਈ ਇਨਕੁਆਰੀ ਕਿ ਜੇ ਕਿਤੇ ਮੈਂ ਕਹਾਂਗਾ ਵੀ ਇਹਦੀਆਂ ਇਨਕੁਆਰੀਆਂ ਕਿਤੇ ਸੀਬੀਆਈ ਤੋਂ ਕਰਾਈਆਂ ਜਾਣ ਤੇ ਪਤਾ ਨਹੀਂ ਇੱਥੇ ਕੀ ਕੁਝ ਨਿਕਲੇਗਾ। ਸੋ ਇਹਨਾਂ ਲੋਕਾਂ ਤੋਂ ਆਮ ਬੰਦੇ ਡਰਦੇ ਆ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ ਇੱਥੇ ਪ੍ਰਧਾਨ ਮੰਤਰੀ ਤੱਕ ਜਿਹੜੇ ਨੇ ਇੱਥੇ ਆ ਕੇ ਹਾਜ਼ਰੀ ਲਾਉਂਦੇ ਆ। ਅਸੀਂ ਪਹੁੰਚੇ ਹੋਏ ਹਾਂ ਬਿਆਸ ਦਰਿਆ ਦੇ ਬਿਲਕੁਲ ਨਜ਼ਦੀਕ ਪਿੰਡ ਹੈਗਾ ਵੜੈਚ। ਇੱਥੋਂ ਦਾ ਇੱਕ ਮਾਮਲਾ ਜਿਹੜਾ ਉਹ ਭਖਦਾ ਜਾ ਰਿਹਾ ਹੈ ਇਸ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਖੜੇ ਹਾਂ ਇਸ ਨੂੰ ਢਾਉਣ ਬਾਰੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਇੱਥੇ ਡੇਰਾ ਰਾਧਾ ਸਵਾਮੀ ਦਾ ਜਿਹੜਾ ਡੇਰਾ ਹੈਗਾ ਆ ਬਿਆਸ ਵਾਲਾ ਜਿਹੜਾ ਡੇਰਾ ਉਹ ਬਿਲਕੁਲ ਨਜ਼ਦੀਕ ਹੈ। ਸ਼ਾਇਦ ਇਹ ਸਾਹਮਣੇ ਤੁਹਾਨੂੰ ਇਹ ਦਿਸ ਰਿਹਾ ਹੋਵੇਗਾ ਕਿ ਇਹ ਇੱਟਾਂ ਜਿਹੜੀਆਂ ਨੇ ਜਿਹੜੀ ਬਾਉਂਡਰੀ ਹੈ ਇਹ ਉਹਨਾਂ ਦੀ ਹੈ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਡੇਰਾ ਰਾਧਾ ਸਵਾਮੀ ਦੀ ਉਸ ਸਾਈਡ ਉਹਨਾਂ ਦਾ ਕਬਜ਼ਾ ਹੈ ਉਹ ਕਾਬਜ਼ ਨੇ ਔਰ ਨਾਲ ਵਾਲੀ ਗੱਲ ਕਰਦੇ ਹਾਂ ਤਾਂ ਨਾਲ ਵਾਲੀ ਕੰਧ ਤੇ ਵੀ ਉਹ ਕਾਬਜ਼ ਨੇ ਇਸ ਤਰਫ ਵੀ ਉਹ ਕਾਬਜ਼ ਨੇ। ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਸ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਹੈਗਾ ਪਿੰਡ ਵੜੈਚ ਦਾ। ਇਸ ਗੁਰਦੁਆਰਾ ਸਾਹਿਬ ਨੂੰ ਢਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਢਾਇਆ ਜਾਣਾ ਹੈ ਜਾਂ ਇਸ ਦੇ ਉੱਪਰ ਕਬਜ਼ਾ ਹੋ ਜਾਣਾ ਹੈ। ਸੋ ਇਸ ਗੁਰਦੁਆਰਾ ਸਾਹਿਬ ਵਿੱਚ ਅਸੀਂ ਪਹੁੰਚੇ ਹੋਏ ਹਾਂ ਔਰ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਉਹਨਾਂ ਦਾ ਘਰ ਵੀ ਜਿਹੜਾ ਆ ਉਹ ਇੱਥੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਰਿਹਾਇਸ਼ ਵੀ ਬਿਲਕੁਲ ਉਹਨਾਂ ਨੇ ਇੱਥੇ ਹੀ ਬਣਾਈ ਹੋਈ ਹੈ। ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਗੁਰਦੁਆਰਾ ਸਾਹਿਬ ਬਾਰੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਢਾਇਆ ਜਾ ਰਿਹਾ ਕੀ
ਉਹ ਕਾਰਨ ਕੀ ਹੈਗਾ ਕਿ ਇਹ ਜਗ੍ਹਾ ਵੇਚ ਚੁੱਕੀ ਹੈ ਜਾਂ ਇੱਥੇ ਸਾਂਭ ਸੰਭਾਲ ਨਹੀਂ ਹੋ ਰਹੀ ਗੁਰੂ ਸਾਹਿਬ ਦੇ ਜਿਹੜਾ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਗੱਲ ਕੀ ਹੋਈ ਹੈ? ਗੁਰਦੁਆਰਾ ਕਹਿੰਦੇ ਨੇ 13 ਮਰਲੇ ਸਾਂਭ ਕੀ ਆ ਜੀ, ਇਹਨਾਂ ਕੋਲ ਡੇਰੇ ਵਾਲਾ ਲਿਆ ਜੋ ਸੁਣ ਜਾਇਆ ਆਪਣਾ ਜੀ ਜੀ। ਮੈਂ ਕਹਿੰਦਾ ਭਾਈ ਜੇ ਸੁਣੀ ਜੇ ਗਈ ਆ ਤਾਂ ਜਿਹਨੇ ਹਟਾਓ ਆਪ ਜੀ, ਜੀ ਇਹ ਆਪ ਕਹਿਣ ਇਹ ਤਰ੍ਹਾਂ ਰਹੀ ਤਾਂ ਬਾਕੀ ਹਟ ਰਹਿਣ ਦਿਓ ਸਾਡੇ। ਜੀ ਬਾਕੀ ਜੋ ਗੱਲ ਕੀਤੀ ਮੈਂ ਕਹਿ ਤਾ ਤਾਂ ਮੈਂ ਸੇਵਾ ਕਰਾਂਗਾ ਇੱਥੇ ਜੀ ਜਿੰਨੀ ਜ਼ਿੰਦਗੀ ਮੇਰੀ ਹੈਗੀ ਆ ਜੀ ਹੈ। ਤੁਸੀਂ ਇੱਥੇ ਸੇਵਾ ਕਰੋਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦੇ? 27 ਸਾਲ ਹੋ ਗਏ ਸਾਨੂੰ। 27 ਸਾਲ ਹੋ ਗਏ। ਤੇ ਗੁਰਦੁਆਰਾ ਸਾਹਿਬ ਕਿੰਨਾ ਕੁ ਪੁਰਾਣਾ ਹੈ ਇੱਥੇ? ਗੁਰਦੁਆਰਾ ਮੇਰੇ ਖਿਆਲ 70 ਸਾਲ ਹੋ ਗਏ। ਅੱਛਾ ਜੀ 70 ਸਾਲ ਪੁਰਾਣਾ ਇੱਥੇ ਗੁਰਦੁਆਰਾ ਸਾਹਿਬ ਬਣਿਆ। ਪਿੰਡ ਵਾਸੀਆਂ ਨੇ ਬਣਾਇਆ ਸੀ ਜਾਂ ਪਿੰਡ ਵਾਸਤੇ ਬਣਾਏ ਹੈ, ਪਿੰਡ ਵਾਸੀਆਂ ਨੇ ਜੀ। ਪਿੰਡ ਵਾਸੀਆਂ ਨੇ ਹੁਣ ਵੀ ਇੱਥੇ ਪਿੰਡ ਵਾਸੀ ਆਉਂਦੇ ਨੇ ਹਾਂ ਹਾਂਜੀ ਸਾਰੇ ਆਉਂਦੇ ਮੇਰੇ ਕੋਲ। ਅੱਛਾ ਜੀ ਆਉਂਦੇ ਨੇ ਹਾਂਜੀ, ਗੁਰਦੁਆਰਾ ਸਾਹਿਬ। ਸੋ ਇਹ ਢਾਉਣ ਵਾਲੀ ਗੱਲ ਕਿੱਥੋਂ ਸ਼ੁਰੂ ਹੋਈ ਹੈ? ਕੀ ਕਾਰਨ ਕੀ ਹੋਇਆ? ਉਹ ਕੀ ਹੈ? ਇਹ ਬੰਦੇ ਦੇ ਦੋ ਬੰਦੇ ਆ ਜੀ ਜਿੰਦਾ ਨਾਮ ਹੈ ਰਵੇਲ ਸਿੰਘ ਤੇ ਹੈਗੇ ਸਰਪੰਚ ਸਾਹਿਬ ਜੀ ਤੇ ਦੋ ਬੰਦੇ ਹੈਗੇ ਨੇ ਕਮੇਟੀ ਦੇ ਜੀ ਪ੍ਰਚਾਰਕ ਜੀ ਬਾਬਾ ਅਕਾਲ ਸਾਹਿਬ ਦੇ। ਮਤਲਬ ਇੱਕ ਨਾਲ ਹੈਗਾ ਜਸਪਾਲ ਸਿੰਘ ਜੀ ਤੇ ਇੱਕ ਨਾਲ ਹੈਗਾ ਜੀ ਜੱਜ ਸਿੰਘ। ਜੀ ਇਹ ਚਾਰ ਪੰਜ ਆਏ ਮੈਥੋਂ। ਮੈਂ ਗਿਆ ਸੀ ਡਿਊਟੀ ਬਾਬਾ ਅਕਾਲ ਸਾਹਿਬ ਦੀ ਜੀ ਡਿਊਟੀ ਮੇਰੀ 12 2 ਡਿਊਟੀ ਸੀ। ਕੱਲ੍ਹ ਆਇਆ ਕਾਲਾ ਨੂੰ ਕਹਿੰਦੇ ਵੀ ਭਾਈ ਇਹ ਗੁਰਦੁਆਰਾ ਵਿਕਿਆ ਆ ਜੀ, ਅੱਛਾ ਜੀ ਇਸ ਕਰਕੇ ਵਿਕਾ ਗੁਰਦੁਆਰਾ ਤੇ ਆਪ ਪ੍ਰਬੰਧ ਕਰ ਲਓ। ਜੀ ਹਾਂਜੀ ਸਰਪੰਚ ਸਾਹਿਬ ਕਹਿੰਦਾ ਵੀ ਮੈਂ ਕਿਹਾ ਵੀ ਤੁਹਾਨੂੰ ਕੀ ਗੱਲ ਕਿ ਵੀ ਤੁਹਾਨੂੰ ਕੋਈ ਲਾਚ ਦੇ ਦਿੰਦੇ ਆ। ਮੈਂ ਲਾਚ ਨਹੀਂ, ਸਾਨੂੰ ਸੇਵਾ ਚਾਹੀਦੀ ਹੈ, ਜੀ ਸਾਨੂੰ ਕੋਈ ਲਾਚ ਦੀ ਲੋੜ ਨਹੀਂ ਗੀ। ਇਹ ਕਹਿੰਦਾ ਕਿਉਂ ਸੇਵਾ ਕਰਾਂਗੇ, ਲਾਚ ਅਸੀਂ ਨਹੀਂ ਲੈਣਾ, ਸੇਵਾ 'ਚ ਜ਼ਰੂਰ ਸਾਨੂੰ ਚਾਹੀਦੀ। ਪਿੰਡ ਦੇ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਗੁਰਦੁਆਰਾ ਵਿਕ ਚੁੱਕਾ ਹੈ। ਹਾਂਜੀ ਉਹ ਹੀ ਕਹਿੰਦਾ ਸੀ। ਅੱਛਾ ਜੀ ਤੇ ਬਾਕੀ ਪਿੰਡ ਵਾਸੀ ਇੱਥੇ ਆਉਂਦੇ ਨੇ, ਉਹਨਾਂ ਦਾ ਕੀ ਕਹਿਣਾ ਹੈ ਕਿ ਗੁਰਦੁਆਰਾ ਇੱਥੋਂ ਢਾਹ ਦਿੱਤਾ ਜਾਵੇ ਜਾਂ ਕਿਤੇ ਹੋਰ ਬਣਾ ਲਿਆ ਉਹ ਜਾਵੇ? ਕਹਿੰਦੇ ਸਾਂ ਪਹਿਲਾਂ ਬਣਨ ਲੱਗਾ ਸੀ, ਪਹਿਲੇ ਸਾਂ ਸਲਾਨਾ ਬਣਨ ਲੱਗਾ ਸੀ, ਜੀ ਉੱਥੇ ਬਣ ਲੱਗਾ ਉਹਨਾਂ ਨੀਆਂ ਕੱਢਤੀਆਂ 14 ਮਰਲੇ ਥਾਂ ਛੱਡੀ ਉਹਨਾਂ ਨੇ। ਅੱਛਾ ਜੀ ਮੈਂ ਕਿਹਾ ਭਾਈ 14 ਥਾਂ ਛੱਡੀ ਤੇ ਮੈਂ ਕਿੱਥੇ ਜਾਊਂਗਾ, ਜੀ ਕਿਉਂ ਮੈਂ ਸੇਵਾ ਕਰਨੀ ਆ। ਪਾਸ ਤੋਂ ਬਾਅਦ ਮੈਂ ਸੇਵਾ ਹੋਣੀ ਨਹੀਂ ਗੀ, ਜੀ ਕਿਉਂ ਜੇ ਕਿਰਾਇਆ ਰਹੂੰਗਾ ਫਿਰ ਇਹਨੂੰ ਭਾਵੇਂ ਮੇਰੇ ਆਮਦਾ ਹੈ ਨਹੀਂ ਕਿਤੇ, ਜੀ ਕਿਉਂ ਮੈਂ ਸੇਵਾ ਕਰਨੀ ਤਾਂ ਫਰੀ ਕਰਨੀ, ਉੱਥੇ ਰਹਿ ਕਰਨੀ ਆ ਸਾਰੀ ਗੁਰਦੁਆਰਾ ਸਾਹਿਬ ਰਹਿ ਕੇ। ਅੱਛਾ ਜੀ ਬਾਕੀ ਜੋ ਹੁਣ ਕਾਰਜ ਕਰਨਾ ਵੈਸੇ ਕਿੰਨੀ ਕੁ ਇੱਥੇ ਤੁਹਾਨੂੰ ਆਮਦਨ ਕੋਈ ਗੁਰਦੁਆਰਾ ਸਾਹਿਬ ਤੋਂ ਕਿੰਨੇ ਕੁ ਪੈਸੇ ਜਿਹੜੇ ਆਉਂਦੇ ਨੇ? ਆਪਾਂ ਨੂੰ ਸੰਗਰਾਂਦ ਐ ਕਿ 1000 ਰੁਪਏ ਹੋ ਗਿਆ, ਅੱਛਾ ਜੀ ਅੱਗੇ ਨਾ ਮੈਨੂੰ ਲਿਆ ਸੀ। ਹਾਂਜੀ ਤੋਂ ਸਾਰੇ ਕਹਿੰਦੇ ਭਾਈ ਤਾਂ ਅਸੀਂ ਤੇਰੇ ਨਾਲ ਆ, ਜੀ ਦੋ ਸਾਰੇ ਪਰਾਂਦੇ ਜੀ ਜੇ ਤੂੰ ਲੋੜ ਪਏ ਸਾਡੇ ਕੋਲ ਆ, ਅੱਛਾ ਜੀ ਦੋ ਦੁੱਧ ਪਾਣੀ ਜੋ ਹੋਏਗਾ ਸਾਰੇ ਕੰਮ ਜਾਵਾਂਗੇ। ਅੱਛਾ ਜੀ ਪਿੰਡ ਵਾਸੀ ਤੁਹਾਡੇ ਨਾਲ ਨੇ, ਸਿਰਫ ਸਰਪੰਚ ਸਾਹਿਬ, ਔਰ ਤੁਹਾਨੂੰ ਸੰਗਰਾਂਦ ਤੇ 1000 ਰੁਪਇਆ ਹੋਇਆ। ਉਦਾਂ ਬਾਕੀ ਦਿਨਾਂ ਦੇ ਵਿੱਚ ਕਿੰਨੀ ਕੁ ਆਮਦਨ ਇੱਕ ਮਹੀਨੇ ਦੀ ਲਗਭਗ ਹੁੰਦੀ ਤੁਹਾਨੂੰ? ਆਮਦਨ ਆਪਾਂ ਕਰਨਾ ਡਿਊਟੀ ਬਾਬਾ ਕਾਲ ਸਾਹਿਬ ਕਰਨੇ ਆ ਜੀ। ਅੱਛਾ ਜੀ ਹਾਂਜੀ ਹੋਰ ਨਹੀਂ ਕੋਈ ਹੈ। ਅੱਛਾ ਜੀ ਬਾਕੀ ਪਿੰਡ ਸਾਥ ਦੀਆਂ ਤਾਂ ਆਪਾਂ ਨੂੰ ਅੱਛਾ ਜੀ ਦੁਆ ਕਹੇ ਬਾਬਾ ਲੈ ਹਰ ਨੂੰ ਠੀਕ ਹੈ ਸੰਗਰਾਈ ਸਮਝ ਲੈ ਉਹਰਾ ਕੰਕ ਲੈ ਚੋਣਾ ਲੈ ਜੋ ਪੈਸੇ ਲੈ ਠੀਕ ਹੈ ਜੀ। ਜਿੰਨੇ ਕੋਈ ਪੰਜਾਂ ਜਾਵਾਂਗੇ। ਸੋ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਕਹਿੰਦੇ ਨੇ ਕਿ ਉਹ ਇੱਥੇ ਸੇਵਾ ਕਰ ਰਹੇ ਨੇ, ਪਿੰਡ ਵਾਸੀ ਸਾਥ ਵੀ ਦੇ ਰਹੇ ਨੇ, ਪਰੰਤੂ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਇਹ ਜਗ੍ਹਾ ਜਿਹੜੀ ਹੈ ਵਿਕ ਚੁੱਕੀ ਹੈ। ਕਿਸ ਨੂੰ ਵਿਕੀ ਹੋਈ ਹੈ ਇਹ ਜਗ੍ਹਾ? ਇਹ ਨਹੀਂ ਪਤਾ ਹੈ। ਸੋ ਇਹਨਾਂ ਦੇ ਧਰਮ ਪਤਨੀ ਜੀ ਜਿਹੜੇ ਉਹ ਵੀ ਇੱਥੇ ਰਹਿੰਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਅੰਦਰ ਵੀ ਜਿਹੜਾ ਖੁੱਲੀ ਜਗ੍ਹਾ ਬਣੀ ਹੋਈ ਹੈ। ਮਾਤਾ ਜੀ ਇੱਥੇ ਹੀ ਰਹਿੰਦੇ ਹੋ ਤੁਸੀਂ? ਹਾਂਜੀ ਹਾਂਜੀ ਜੀ ਅੱਛਾ ਜੀ ਔਰ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ? ਸਾਨੂੰ 27 ਸਾਲ ਹੋ ਗਏ ਨੇ। 27 ਸਾਲ ਹੋ ਗਏ ਨੇ। ਤੇ ਇਹ ਤੁਸੀਂ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਵੀ ਕਰਦੇ ਹੋ? ਸੋਹਰਾ ਵੀ ਹੈਗਾ ਸੀ ਪਹਿਲਾਂ, ਅੱਛਾ ਜੀ ਉਹ ਵੀ ਰਹਿੰਦੇ ਸੀ। ਅੱਛਾ ਜੀ ਕੁੜੀਆਂ ਵੀ ਇੱਥੇ ਵਿਆਹ ਕੀਤੇ ਮੇਰੇ ਨਾਨਾਂ ਦੇ, ਅੱਛਾ ਜੀ ਦੋ ਦੇ ਇੱਥੇ। ਅੱਛਾ ਜੀ ਫਿਰ ਹੁਣ ਸਾਡੀ ਕੁੜੀਆ ਇੱਕ ਹੈਗੀ ਆ। ਅੱਛਾ ਜੀ। ਹਾਂਜੀ ਤੇ ਅਸੀਂ ਇੱਥੇ ਰਹਿੰਦੇ। ਸੋ ਇਹ ਬੀਬੀ ਜੀ ਇਹਨਾਂ ਦੇ ਧਰਮ ਪਤਨੀ ਵੀ ਇੱਥੇ ਰਹਿੰਦੇ ਨੇ, ਬੱਚੇ ਵੀ ਨੇ, ਔਰ ਇਹਨਾਂ ਦੇ ਸਹੁਰਾ ਸਾਹਿਬ ਵੀ ਇੱਥੇ ਹੀ ਸੀਗੇ ਔਰ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰ ਰਹੇ ਸੀ। ਹੁਣ ਕਾਰਨ ਕੀ ਹੈ, ਢਾਉਣ ਦੀ ਗੱਲ ਜਿਹੜੀ ਆ ਉਹ ਕਿੱਥੋਂ ਆਈ ਹੈ, ਉਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ। ਪਿੰਡ ਵਾਸੀ ਵੀ ਇੱਥੇ ਬੈਠੇ ਹੋਏ ਨੇ, ਉਹਨਾਂ ਦਾ ਕੀ ਕਹਿਣਾ ਹੈ। ਇੱਥੇ ਜਿੱਥੇ ਪ੍ਰਕਾਸ਼ ਅਸਥਾਨ ਹੈ ਉੱਥੇ ਬਿਲਕੁਲ ਨਾਲ ਹੀ ਪਿੰਡ ਵਾਸੀਆਂ ਨੇ ਇੱਕ ਜਿਹੜਾ ਜਗ੍ਹਾ ਬਣਾਈ ਹੋਈ ਹੈ ਬਾਹਰ ਬੈਠਣ ਦੇ ਲਈ, ਉੱਥੇ ਬੈਠੇ ਹੋਏ ਨੇ। ਸੋ ਅਸੀਂ ਉਹਨਾਂ ਤੋਂ ਜਾਣਦੇ ਹਾਂ। ਸੋ ਜਾਣਦੇ ਹਾਂ ਅਸੀਂ ਪਿੰਡ ਵਾਸੀਆਂ ਤੋਂ। ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈਗਾ ਤੇ ਤੁਸੀਂ ਵੜੈਚ ਪਿੰਡ ਦੇ ਰਹਿਣ ਵਾਲੇ? ਹਾਂਜੀ ਹਾਂਜੀ ਮੇਰਾ ਨਾਮ ਸੰਤੋਖ ਸਿੰਘ ਚੀਮਾ, ਮੈਂ ਇਸ ਪਿੰਡ ਦਾ ਵਸਨੀਕ ਹੀ ਹਾਂ। ਅੱਛਾ ਜੀ ਕੀ ਇਹ ਗੁਰਦੁਆਰਾ ਸਾਹਿਬ ਨੂੰ ਲੈ ਕੇ ਕੀ ਮਾਜਰਾ ਸਾਹਮਣੇ ਆ ਰਿਹਾ ਹੈ? ਇਹ ਢਾਉਣ ਦੀ ਗੱਲ ਹੋ ਰਹੀ ਹੈ ਜਾਂ ਕੀ ਹੈ? ਪਿੰਡ ਕੀ ਚਾਹੁੰਦਾ ਆ? ਕਿਉਂਕਿ ਜੇ ਪਿੰਡ ਕੋਲੇ ਹੋਰ ਜਗ੍ਹਾ ਹੈਗੀ ਹੈ, ਕਿਤੇ ਹੋਰ ਉਸਾਰੀ ਕਰਨ ਦੀ ਪਿੰਡ ਵਾਲਿਆਂ ਨੇ ਸੋਚੀ ਹੋਈ ਹੈ? ਨਹੀਂ ਕੋਈ ਬਾਹਰ ਦੀ ਨਹੀਂ ਸੋਚੀ, ਕਿਉਂਕਿ ਸਾਡਾ ਜੱਦੀ ਪੁਸ਼ਤੀ ਨਗਰ ਆ, ਪਿੰਡ ਆ। ਜੀ ਇੱਥੇ ਹੀ ਸਾਰੀ ਸਾਧ ਸੰਗਤ ਨੇ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਾਇਆ
ਔਰ ਸਾਡੇ ਬਚਪਨ ਤੋਂ ਪਹਿਲਾਂ ਦਾ ਮੇਰੀ ਉਮਰ ਲਗਭਗ 68 ਸਾਲ ਹੋ ਗਈ ਆ ਤੇ ਸਾਡੇ ਜੰਮਣ ਤੋਂ ਪਹਿਲਾਂ ਦਾ ਇਹ ਗੁਰਦੁਆਰਾ ਸਾਹਿਬ ਇੱਥੇ ਅਸੀਂ ਛੋਟੇ ਹੁੰਦੇ ਇੱਥੇ ਆਉਂਦੇ ਰਹੇ ਹਾਂ। ਔਰ ਕੁਝ ਇੰਨਾ ਕੁਝ ਪਰਿਵਾਰ ਇੱਥੋਂ ਉੱਠ ਕੇ ਦੂਜੇ ਪਿੰਡਾਂ ਚਲ ਗਏ ਤੇ ਅਜੇ ਵੀ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਜਿਹੜੇ ਨੇ ਸਾਡੇ ਗ੍ਰੰਥੀ ਸਿੰਘ ਕਰ ਰਹੇ ਆ। ਪਿੰਡ ਪੂਰਾ ਸਹਿਯੋਗ ਦੇ ਰਿਹਾ ਔਰ ਦੋਵੇਂ ਟਾਈਮ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆ, ਕੋਈ ਗੱਲ ਨਹੀਂ। ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ ਗੁਰਦੁਆਰਾ ਸਾਹਿਬ ਇੱਥੋਂ ਸ਼ਿਫਟ ਨਾ ਹੋਏ, ਪਰ ਕੁਝ ਲੋਕ ਪਿੰਡ ਦੇ ਸ਼ਰਾਰਤੀ ਅਨਸਰ ਜਿਹੜੇ ਆ ਉਹ ਲਿਖ ਕੇ ਤੇ ਸ਼੍ਰੋਮਣੀ ਕਮੇਟੀ ਨੂੰ ਦੇ ਕੇ ਵੀ ਇੱਕ ਇੱਥੇ ਕੋਠਾ ਆ ਤੇ ਇੱਥੇ ਗੁਰੂ ਸਾਹਿਬ ਦੀ ਕੋਈ ਸਾਂਭ ਸੰਭਾਲ ਨਹੀਂ ਹੋ ਰਹੀ ਤੇ ਇਹਨੂੰ ਇੱਥੋਂ ਜਿਹੜਾ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਜਿਹੜਾ ਪੁੱਟਿਆ ਜਾਵੇ ਤੇ ਕੁਝ ਲੋਕ ਗ੍ਰੰਥੀ ਸਿੰਘ ਨੂੰ ਧਮਕੀਆਂ ਦਿੰਦੇ ਆ ਵੀ ਉੱਥੇ ਚਲਿਆ ਜਾ। ਪਰ ਤੁਸੀਂ ਵੇਖਿਆ ਕਿ ਆ ਕਮਰੇ, ਬਰਾਂਡਾ, ਹਾਲ ਗ੍ਰੰਥੀ ਸਿੰਘ ਦੀ ਰਿਹਾਇਸ਼ ਦਾ ਸਾਰਾ ਹੀ ਪ੍ਰਬੰਧ ਅਸੀਂ ਕੀਤਾ ਆ ਔਰ ਪਿੰਡ ਪੂਰਾ ਸਹਿਯੋਗ ਦੇ ਰਿਹਾ ਤੇ ਅਸੀਂ ਨਹੀਂ ਚਾਹੁੰਦੇ ਵੀ ਗੁਰਦੁਆਰਾ ਸਾਹਿਬ ਇੱਥੋਂ ਜਾਵੇ। ਜਿਹੜੇ ਬੰਦੇ ਖੜ ਰਹੇ ਆ ਜਾਂ ਜਿਨ੍ਹਾਂ ਦੀ ਸ਼ਹਿਰ ਖੜ ਰਹੇ ਆ ਉਹ ਸਰਾਸਰ ਗਲਤ ਆ, ਇਹ ਨਹੀਂ ਹੋਣਾ ਚਾਹੀਦਾ। ਅੱਛਾ ਜੀ, ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਕੋਈ ਨਹੀਂ ਰਹਿੰਦੇ, ਹਾਲਾਂਕਿ ਅਸੀਂ ਵੀ ਜਦੋਂ ਆਏ ਹਾਂ ਗ੍ਰੰਥੀ ਸਿੰਘ ਦਾ ਘਰ ਪੂਰਾ ਭਰਿਆ ਹੋਇਆ, ਸਾਨੂੰ ਵੀ ਦਿਖ ਰਿਹਾ ਹੈ ਕਿ ਉਹ ਇੱਥੇ ਰਹਿੰਦੇ ਨੇ, ਰਿਹਾਇਸ਼ ਹੈ, ਪ੍ਰਕਾਸ਼ ਵੀ ਜਿਹੜਾ ਗੁਰੂ ਸਾਹਿਬ ਦਾ ਹੋਇਆ ਹੈ। ਔਰ ਕਾਰਨ ਕੀ ਹੈ ਕਿ ਪਿੰਡ ਵਾਸੀ ਕਿਉਂ ਚਾਹੁੰਦੇ ਨੇ ਕਿ ਇਹ ਗੁਰਦੁਆਰਾ ਢਾਹ ਦਿੱਤਾ ਜਾਵੇ? ਕੋਈ ਵਿੱਚ ਰੀਜ਼ਨ ਵੀ? ਪਿੰਡ ਵਾਸੀ ਕੋਈ ਨਹੀਂ ਆ, ਪਿੰਡ ਵਾਸੀ ਤੇ ਸਾਰੇ ਇੱਥੇ ਨੇ, ਮੇਨ ਜਿਹੜੇ ਪਰਿਵਾਰਾਂ ਦੇ ਮੁਖੀ ਨੇ। ਕੋਈ ਇੱਕ ਦੋ ਬੰਦੇ ਸ਼ਰਾਰਤੀ ਅਨਸਰ ਨੇ ਕਿ ਜਿਹੜੇ ਕਿਸੇ ਸੰਸਥਾ ਦੀ ਸ਼ਹਿ ਦੇ ਉੱਤੇ ਉਹਨਾਂ ਦੀ ਬੋਲੀ ਬੋਲਦੇ ਆ ਕਿ ਇੱਥੋਂ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਰਹਿਣ ਨਾ ਦਿੱਤਾ ਜਾਵੇ। ਕਿਉਂਕਿ ਪਹਿਲਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗਾਂ ਹੋਈਆਂ, ਜਥੇਬੰਦੀਆਂ ਆਈਆਂ, ਸਭ ਕੁਝ ਹੋਇਆ, ਪਰ ਕੁਝ ਸਾਲ ਬੀਤਣ ਤੋਂ ਬਾਅਦ ਫਿਰ ਉਹਨਾਂ ਨੇ ਨਵੀਂ ਲੜੀ ਜਿਹੜੀ ਆ ਸ਼ੁਰੂ ਕਰ ਲਈ ਆ ਕਿ ਜਿਹੜੀ ਗਲਤ ਆ, ਸਰਾਸਰ ਗਲਤ ਆ। ਔਰ ਜਿਹੜੇ ਪਿੰਡ ਦੇ ਬੰਦੇ ਨੇ ਉਹ ਬਿਲਕੁਲ ਉਹਨਾਂ ਦਾ ਕਿਸੇ ਨਾਲ ਲੈਣ ਦੇਣ ਨਹੀਂ, ਉਹ ਸਿਰਫ ਆਪਣੀ ਫੋਕੀ ਚੌਧਰਤਾ ਕਰਕੇ ਜਿਹੜਾ ਨਾ ਦੋ ਹੀ ਬੰਦੇ ਨੇ, ਦੋ ਤਿੰਨ ਬੰਦੇ ਜਿਨ੍ਹਾਂ ਨੇ ਲਿਖ ਕੇ ਦਿੱਤਾ। ਬਾਕੀ ਸਾਡੇ ਪਿੰਡ ਦਾ ਸਾਰਾ ਕੋਈ 100 ਘਰ 70 80 ਘਰ ਸਾਡੇ ਇੱਥੇ ਨੇ, ਉਹਨਾਂ 'ਚ ਕੋਈ ਗੱਲ ਨਹੀਂ। ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਜਿਹੜੇ ਬੰਦਿਆਂ ਦੀ ਸ਼ਾਇਦ ਇਹ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਤੁਸੀਂ ਆਏ ਜੇ ਜਾਂ ਰਿਪੋਰਟ ਕਰਾਈ ਆ, ਉਹਨਾਂ ਬੰਦਿਆਂ ਨੂੰ ਇੱਥੇ ਸੱਦ ਲਓ, ਇੱਥੇ ਵੋਟਿੰਗ ਕਰਾ ਲਓ। ਵੋਟਿੰਗ ਕਰਾਉਣੀ ਹੱਥ ਹੀ ਖੜੇ ਕਰਾ ਲਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਇੱਕ ਪਾਸੇ 2-3 ਹੱਥ ਖੜੇ ਹੋਣੇ, ਇੱਕ ਪਾਸੇ 100-200 ਹੱਥ ਖੜਾ ਹੋਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੋਂ ਜਾਂਚ ਕਰਕੇ ਜਾ ਚੁੱਕੀ ਹੈ ਤੇ ਕੀ ਉਹਨਾਂ ਨੇ ਲਿਖਿਆ ਜਾਂ ਕੀ ਵੇਖਿਆ? ਉਹਨਾਂ ਨੇ ਜਦੋਂ ਸ਼੍ਰੋਮਣੀ ਕਮੇਟੀ ਨੇ ਜਿਹੜੇ ਨੁਮਾਇੰਦੇ ਭੇਜੇ ਸੀ ਸਤਿਕਾਰ ਕਮੇਟੀ ਦੇ, ਉਹ ਵੀ ਬੰਦਿਆਂ ਨੇ ਕੋਈ ਇੱਥੇ ਅਨਾਊਂਸਮੈਂਟ ਨਹੀਂ ਕਰਾਈ, ਕਿਸੇ ਪਿੰਡ ਦੇ ਜਿਹੜਾ ਵਸਨੀਕ ਉਹਨੂੰ ਪੁੱਛਿਆ ਨਹੀਂ, ਕੋਈ ਉਹਨਾਂ ਨੇ ਪੁੱਛਾਣ ਨਹੀਂ ਕੀਤੀ, ਅੰਦਰ ਬੈਠ ਕੇ ਜਿਹੜੀ ਆ ਰਿਪੋਰਟ ਕਰ ਦਿੱਤੀ ਜੀ ਇੱਥੇ ਇੱਕੋ ਹੀ ਕਮਰਾ ਆ। ਤੇ ਤੁਸੀਂ ਹੁਣ ਵੇਖ ਰਹੇ ਹੋ ਇੱਕ ਕਮਰਾ ਜਾਂ ਕਿੰਨੇ ਕਮਰੇ ਨੇ, ਨਿਸ਼ਾਨ ਸਾਹਿਬ ਇੱਥੇ ਝੂਲਣ ਡਏ ਨੇ, ਠੀਕ ਹੈ ਜੀ। ਤੇ ਉਹ ਜਿਹੜਾ ਹੀ ਗਲਤ ਸੀ। ਫਿਰ ਸਕੱਤਰ ਸਾਹਿਬ ਇੱਥੇ ਆਏ ਸੀ ਸ਼੍ਰੋਮਣੀ ਕਮੇਟੀ ਦੇ, ਤੇ ਉਹਨਾਂ ਜਦੋਂ ਵੇਖਿਆ ਉਹਨਾਂ ਕਿਹਾ ਵੀ ਤੇ ਸਰਾਸਰ ਗਲਤ ਰਿਪੋਰਟ ਆ, ਜੇ ਗੁਰਦੁਆਰਾ ਸਾਹਿਬ ਬਿਲਕੁਲ ਠੀਕ ਆ, ਚੜ੍ਹਦੀ ਕਲਾ ਜਾਂ ਸਾਰਾ ਕੁਛ ਹੈਗਾ ਆ, ਤੇ ਇਸ ਕਰਕੇ ਉਹ ਆਂਦੇ ਵੀ ਸਾਨੂੰ ਭੁਲੇਖੇ 'ਚ ਰੱਖਿਆ ਗਿਆ ਤੇ ਰਿਪੋਰਟ ਕਰਾ ਲਈ। ਸੋ ਐਸਜੀਪੀਸੀ ਦੇ ਕੋਲ ਜਿਹੜੀ ਰਿਪੋਰਟ ਪਹੁੰਚੀ ਉਹ ਕਿਤੇ ਨਾ ਕਿਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗਲਤ ਰਿਪੋਰਟ ਉੱਥੇ ਪਹੁੰਚਾਈ ਗਈ ਔਰ ਉਸ ਤੋਂ ਬਾਅਦ ਫਿਰ ਜਦੋਂ ਸਕੱਤਰ ਸਾਹਿਬ ਨੇ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਆ ਉਹ ਬਿਲਕੁਲ ਠੀਕ ਠਾਕ ਹੈ। ਇਹ ਤੁਹਾਨੂੰ ਅਸੀਂ ਵੀ ਦਿਖਾ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਇੱਧਰ ਵੀ ਬਿਲਕੁਲ ਸਹੀ ਹੈ ਔਰ ਸੈਪਰੇਟ ਜਿਹੜਾ ਗ੍ਰੰਥੀ ਸਿੰਘ ਦਾ ਘਰ ਜਿਹੜਾ ਬਣਿਆ ਹੋਇਆ ਹੈ ਉਹ ਨਾਲ ਵਾਲੇ ਪਾਸੇ ਬਣਿਆ ਹੋਇਆ ਹੈ, ਨਾਲ ਰਸੋਈ ਹੈ, ਉਹਨਾਂ ਦਾ ਵਿਹੜਾ ਜਿਹੜਾ ਉਹ ਬਿਲਕੁਲ ਅਲੱਗ ਬਣਿਆ ਹੋਇਆ ਹੈ। ਸੋ ਇਹ ਤਾਂ ਤੁਹਾਨੂੰ ਤਸਵੀਰਾਂ ਵਿੱਚ ਬਿਲਕੁਲ ਨਜ਼ਰ ਆ ਹੀ ਜਾਵੇਗਾ ਕਿ ਇਹ ਇੱਕ ਕੋਠਾ ਨਹੀਂ ਹੈ, ਜਿਵੇਂ ਕਿ ਕਿਹਾ ਗਿਆ ਸੀਗਾ ਕਿ ਸ਼ਾਇਦ ਇੱਥੇ ਇੱਕ ਕੋਠਾ ਹੈ ਜਿਸ ਕਾਰਨ ਇਸ ਨੂੰ ਢਾਇਆ ਜਾਣਾ ਸੀਗਾ। ਹੁਣ ਵਿਚਲਾ ਰੀਜ਼ਨ ਇਹੀ ਸਾਹਮਣੇ ਆ ਰਿਹਾ ਹੈ ਕਿ ਇੱਕ ਕੋਠਾ ਕਹਿ ਕੇ ਸ਼੍ਰੋਮਣੀ ਕਮੇਟੀ ਨੂੰ ਸ਼ਿਕਾਇਤ ਕੀਤੀ ਗਈ ਸੀਗੀ, ਪਰੰਤੂ ਹਾਲਾਤ ਜਿਹੜੇ ਨੇ ਬਿਲਕੁਲ ਵਿਪਰੀਤ ਨੇ। ਬਲਦੇਵ ਸਿੰਘ ਸਿਰਸਾ ਜਿਹੜੇ ਕਿਸਾਨ ਆਗੂ ਨੇ ਉਹ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਇੱਥੇ ਪਹੁੰਚੇ ਹੋਏ ਨੇ। ਬਲਦੇਵ ਸਿੰਘ ਸਿਰਸਾ ਜੀ, ਤੁਸੀਂ ਇੱਥੇ ਆਏ ਹੋਏ ਹੋ, ਕੀ ਇੱਥੇ ਖਾਸ ਕਾਰਨ ਕੀ ਹੈਗਾ ਆ? ਗੁਰਦੁਆਰਾ ਸਾਹਿਬ ਨੂੰ ਲੈ ਕੇ ਤੁਸੀਂ ਪਹੁੰਚੇ ਹੋ ਕਿ ਉਸ ਦੀ ਇਮਾਰਤ ਨੂੰ ਢਾਇਆ ਜਾਣਾ ਹੈ। ਤੁਸੀਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਸੀ, ਅੱਜ ਵੀ ਤੁਸੀਂ ਮੰਗ ਪੱਤਰ ਦਿੱਤਾ ਹੈ, ਉਹ ਸਾਰਾ ਵਿਸਥਾਰ ਜ਼ਰੂਰ ਦੱਸੋ। ਬੀਬਾ ਜੀ, ਮੈਂ ਇਸ ਡੇਰੇ ਬਿਆਸ ਵੱਲੋਂ ਜੋ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਆ, ਜ਼ਬਰਦਸਤੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਨੇ, ਸਕੂਲ ਜਿਹੜੇ ਨੇ ਉਹਨਾਂ 'ਤੇ ਕਬਜ਼ੇ ਕੀਤੇ ਜਾ ਰਹੇ ਨੇ, ਦਰਿਆ ਜਿਹੜਾ ਬਿਆਸ ਹੈ ਉਹਦੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ 'ਤੇ ਇਸੇ ਤਰ੍ਹਾਂ ਪਰਲੇ ਪਾਸੇ ਢਿੱਲਵਾਂ
ਮੰਡ ਬਤਾਲਾ ਉਹਨਾਂ ਪਿੰਡਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਨੇ। ਤੇ ਇਸੇ ਤਰ੍ਹਾਂ ਇਧਰ ਵੀ ਜਿਵੇਂ ਕਿ ਬੁੱਢਾ ਥੇ, ਵੜੈਚ, ਬਲ ਸਰਾਏ, ਸੇਰੋ ਨੰਗਾ, ਇਹਨਾਂ ਪਿੰਡਾਂ ਦੀਆਂ ਇੱਥੇ ਕੋਈ 20-22 ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਦੇ ਉੱਤੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਜ਼ਬਰਦਸਤੀ ਕਬਜ਼ੇ ਕੀਤੇ ਨੇ। ਔਰ ਮੈਂ ਇਹਦੇ ਸੰਬੰਧ ਦੇ ਵਿੱਚ ਲੰਬੇ ਸਮੇਂ ਤੋਂ ਕਰੀਬ 2010 ਤੋਂ ਇਸ ਇਲਾਕੇ ਦੇ ਨਾਲ ਜੁੜਿਆ ਹੋਇਆ ਤੇ ਡੇਰਾ ਰਾਧਾ ਸੁਆਮੀ ਮੁਖੀ ਦੇ ਜਿਹੜੇ ਇੱਥੋਂ ਦੇ ਲੋਕਾਂ ਦੇ ਨਾਲ ਧੱਕੇ ਕੀਤੇ ਜਾ ਰਹੇ ਨੇ, ਮੈਂ ਉਹਨਾਂ ਨੂੰ ਉਜਾਗਰ ਕਰ ਰਿਹਾ। ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਪਹਿਲਾਂ ਵੀ ਢਾਉਣ ਵਾਸਤੇ ਜਿਹੜਾ ਸੀ ਉਹ ਪ੍ਰਬੰਧ ਕੀਤੇ ਗਏ ਸੀ। ਆ ਤੁਸੀਂ ਵੇਖਿਆ ਕਿ ਨਾਲ ਇੱਥੋਂ ਮੇਰੇ ਕੋਲ 4 ਫੁੱਟ ਆਕਾਂ ਤੇ ਆ ਜਿਹੜੀ ਹੁਣ ਇਹਨਾਂ ਨੇ ਅੱਗੇ ਆ ਲਾਈਆਂ ਨੇ ਬਾਉਂਡਰੀ ਜਿਹੜੀ ਕੀਤੀ ਹੈ, ਬਾਉਂਡਰੀ ਵਾਲ ਕੀਤਾ ਹੈ, ਇਹ ਬਾਅਦ 'ਚ ਕੀਤਾ ਹੈ। ਪਹਿਲਾਂ ਇੱਥੇ ਜੀਸੀਪੀ ਦੇ ਨਾਲ ਜਿਹੜਾ ਸੀ ਉਹ ਸਾਰਾ ਢਾਇਆ ਜਾ ਰਿਹਾ ਸੀ, ਉਹ ਤੁਸੀਂ ਬਾਹਰੋਂ ਸ਼ਾਟ ਲੈ ਸਕਦੇ ਹੋ, ਵੇਖ ਸਕਦੇ ਹੋ ਸਾਰਾ। ਤੇ ਇੱਥੇ ਜਿਹੜਾ ਸੀ ਮੈਂ ਧਰਮਵੀਰ ਗਾਂਧੀ ਜਿਹੜੇ ਕਿ ਉਸ ਟਾਈਮ ਤੇ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੂੰ ਵੀ ਲਿਆ ਕੇ ਵਿਖਾਇਆ ਤੇ ਉਹਨਾਂ ਨੇ ਫਿਰ ਸਾਡੀ ਉਸ ਵਕਤ ਭਾਰਤ ਦੇ ਗ੍ਰਹਿ ਮੰਤਰੀ ਆਪਣੇ ਰਾਜਨਾਥ ਜੀ ਨਾਲ ਵੀ ਸਾਡੀ ਜਿਹੜੀ ਸੀ ਮੀਟਿੰਗ ਕਰਾਈ। ਪਿੰਡ ਦੇ ਬੰਦੇ, ਇਹ ਨੰਬਰਦਾਰ ਜੀ ਤੇ ਹੋਰ ਵੀ ਇੱਥੋਂ ਪਿੰਡ ਦੇ ਨੌਜਵਾਨ ਲੜਕੇ ਵੀ ਇੱਥੋਂ ਨਾਲ ਗਏ ਸਨ ਤੇ ਅਸੀਂ ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਸੀ ਕਿ ਇਸ ਡੇਰੇ ਮਾਲਕ ਗੁਰਿੰਦਰ ਸਿੰਘ ਢਿੱਲੋਂ ਨੇ 2 ਗੁਰਦੁਆਰੇ ਇਸੇ ਪਿੰਡ ਦੇ ਪਹਿਲਾਂ ਹੜੱਪ ਕਰ ਲਿਆ। ਇੱਕ ਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਦਾ ਤੇ ਦੂਸਰਾ ਜਿਹੜਾ ਪਿੰਡ ਦਾ ਗੁਰਦੁਆਰਾ ਸੀ ਜਿੱਥੇ ਬਹੁਤ ਜ਼ਿਆਦਾ ਰੌਲਾ ਪਿਆ ਤੇ ਬਹੁਤ ਇੱਥੋਂ ਪੰਜਾਬ ਤੋਂ ਜਿਹੜੇ ਸੀ ਲੋਕ ਇਕੱਠੇ ਹੋ ਕੇ ਆਏ ਤੇ ਉਸ ਟਾਈਮ ਤੇ ਗੁਰਦੁਆਰਾ ਢਹਿ ਜਾਣਾ ਸੀ, ਲੇਕਿਨ ਉਹ ਰੌਲਾ ਪੈਣ ਕਰਕੇ ਤੇ ਫਿਰ ਇਹ ਇੱਕਦਮ ਚੁੱਕੇ। ਤੇ ਮੈਂ ਤੁਹਾਨੂੰ ਦੱਸਿਆ ਇਹਨਾਂ ਦੀ ਸਕੀਮ ਕਿੱਡੀ ਵੱਡੀ ਆ। ਆ ਜਿਹੜੀ ਰਜਿਸਟਰੀ ਹੈ, ਇਹ ਗੁਰਦੁਆਰੇ ਦੀ ਜਿਹੜੀ ਜ਼ਮੀਨ ਹੈ ਜਿੱਥੇ ਇਹ ਗੁਰਦੁਆਰਾ ਬਣਿਆ ਹੈ, ਇਹਦਾ ਖਸਰਾ ਨੰਬਰ ਹੈਗਾ 144 ਔਰ ਪਿੰਡ ਵੜੈਚ ਹੈ। ਔਰ ਇਹ ਰਕਬਾ ਜਿਹੜਾ ਹੈ ਇਹ 13 ਮਰਲੇ ਆ। ਇਹ 13 ਮਰਲੇ ਰਕਬਾ ਜਿਹੜਾ ਆ ਮੱਖਣ ਸਿੰਘ ਹੋਰਾਂ ਤੋਂ ਡੇਰੇ ਵਾਲਿਆਂ ਨੇ ਰਜਿਸਟਰੀ ਕਰਾਈ ਆ। ਮੱਖਣ ਸਿੰਘ ਹੋਰਾਂ ਦੇ ਜਿਹੜੇ ਵੱਡ ਵਡੇਰੇ ਸੀ ਉਹਨਾਂ ਨੇ ਇਹ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦਾ ਬਣਾਉਣ ਵਾਸਤੇ ਆਪਣੀ ਮਾਲਕੀ ਜ਼ਮੀਨ ਦੇ ਵਿੱਚ ਉਹਨਾਂ ਜ਼ਮੀਨ ਦਿੱਤੀ। ਜ਼ਮੀਨ ਉਹਨਾਂ ਦੇ ਦਿੱਤੀ, ਗੁਰਦੁਆਰਾ ਸਾਹਿਬ ਬਣ ਗਿਆ। ਹੋਇਆ ਕਿ ਮਾਲ ਦੇ ਰਿਕਾਰਡ ਦੇ ਵਿੱਚ ਜ਼ਮੀਨ ਮਾਲਕਾਂ ਦੇ ਨਾਂ ਹੀ ਰਹਿ ਗਈ। 2010 ਦੇ ਵਿੱਚ ਜਿਸ ਤਰ੍ਹਾਂ ਕਿ ਆ 10/10/2011 ਨੂੰ ਆ ਤੁਸੀਂ ਤਰੀਕ ਵੇਖ ਸਕਦੇ ਹੋ ਕਿ 10/10/2011 ਨੂੰ ਇਹ ਮੱਖਣ ਸਿੰਘ ਆਦ ਤੋਂ ਜਿਹੜੇ ਮਾਲਕ ਸੀ ਮਾਲ ਦੇ ਰਿਕਾਰਡ ਵਿੱਚ ਉਹਨਾਂ ਤੋਂ ਰਜਿਸਟਰੀ ਕਰਾਈ ਆ। ਔਰ ਇਸ ਰਜਿਸਟਰੀ ਦੇ ਵਿੱਚ ਜਿਹੜਾ ਉਹ ਲਿਖਿਆ ਹੈ ਕਿ ਇਹ ਜਿਹੜਾ ਰਕਬਾ ਹੈ ਜਿਹੜਾ ਰਜਿਸਟਰੀ ਕਰਨ ਵਾਲਾ ਲਿਖ ਕੇ ਦੇ ਰਿਹਾ ਹੈ ਕਿ ਇਹ 'ਤੇ ਮੌਕਾ ਕਬਜ਼ਾ ਸਾਡਾ ਹੈ, ਇੱਕ ਕੋਠਾ ਬਣਿਆ ਹੈ ਤੇ ਇਹ ਜ਼ਮੀਨ ਅਸੀਂ ਆਪਣੇ ਹੋਸ਼ ਹਵਾਸ ਨਾਲ ਹੁਣ ਰਾਧਾ ਸੁਆਮੀ ਸਤਸੰਗ ਬਿਆਸ ਨੂੰ ਵੇਚ ਰਹੇ ਹਾਂ। ਔਰ ਇਹ 16 ਲੱਖ ਦੀ ਰਜਿਸਟਰੀ ਹੋਈ ਹੈ ਔਰ 6 ਲੱਖ ਰੁਪਈਆ ਉਹ ਕਹਿੰਦੇ ਨੇ ਕਿ ਅਸੀਂ ਕੈਸ਼ ਲੈ ਲਿਆ ਤੇ 5-5 ਲੱਖ ਦੇ 2 ਚੈੱਕ ਲੈ ਲਏ ਆ। ਤੇ ਇਹ ਰਜਿਸਟਰੀ ਜਿਹੜੀ ਆ ਇਹਨਾਂ ਦੇ ਨਾਂ ਕਰਾਤੀ ਆ ਤੇ ਇਹ ਡੇਰਾ ਹੁਣ ਇਸ ਨੂੰ ਵੇਚੇ, ਇਹ 'ਚ ਕਾਸ਼ਤ ਕਰੇ, ਇਹ 'ਚ ਮਕਾਨ ਬਣਾਵੇ, ਜੋ ਮਰਜ਼ੀ ਕਰੇ। ਤੇ ਅਸੀਂ ਉਹ ਜ਼ਮੀਨ ਦੇ ਹੱਕ ਹਕੂਕ ਜਿਹੜੇ ਨੇ 10/10/2011 ਨੂੰ ਉਹਨਾਂ ਨੇ ਇਸ ਰਜਿਸਟਰੀ ਕਰਾਤੀ। ਹੁਣ ਤੁਸੀਂ ਵੇਖੋ ਕਿ ਇਹ ਜਿਹੜਾ ਤੁਹਾਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਆਮ ਆ ਜਿਹੜੇ ਬਜ਼ੁਰਗ ਬੈਠੇ ਇਹਨਾਂ ਨੂੰ ਨਹੀਂ ਪਤਾ ਵੀ ਕਹਿੰਦੇ ਵੀ ਸਾਡੀ ਸੰਭਾਲ ਤੋਂ ਪਹਿਲਾਂ ਦਾ ਬਣਿਆ ਹੋਇਆ ਗੁਰਦੁਆਰਾ ਹੈ। ਸੋ ਇੰਨਾ ਪੁਰਾਣਾ ਗੁਰਦੁਆਰਾ ਬਣਿਆ ਹੋਵੇ ਤੇ ਇਹਦੇ ਵਿੱਚ ਰਜਿਸਟਰੀ ਲਿਖਣ ਲੱਗਿਆ ਇਹ ਲਿਖਿਆ ਜਾਵੇ ਕਿ ਇੱਕ ਕੋਠਾ ਹੈ ਤੇ ਇਹ ਕਿੱਡੀ ਇੱਕ ਮਤਲਬ ਕਿ ਜਿਹੜੀ ਆ ਧੋਖਾਧੜੀ, ਕਿੰਨਾ ਵੱਡਾ ਇਹ ਸਕੈਂਡਲ ਹੈ ਜਿਹੜਾ ਕਿ ਗੁਰੂ ਘਰ ਨੂੰ ਇੱਕ ਕੋਠਾ ਦੱਸਣਾ, ਜਦੋਂ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਸੁੱਖ ਆਸਣ ਵਾਸਤੇ ਵੀ ਜਗ੍ਹਾ ਬਣੀ ਆ, ਅੱਗੇ ਬਰਾਂਡਾ ਬਣਿਆ ਹੈ, ਨਿਸ਼ਾਨ ਸਾਹਿਬ ਲੱਗ ਰਿਹਾ ਹੈ ਔਰ ਗ੍ਰੰਥੀ ਸਿੰਘ ਦੇ ਰਹਿਣ ਵਾਸਤੇ ਇੱਥੇ ਵੱਖਰਾ ਕਮਰਾ ਹੈ, ਰਸੋਈ ਹੈ, ਬਾਥਰੂਮ ਹੈ। ਮਤਲਬ ਗ੍ਰੰਥੀ ਸਿੰਘ ਦੀਆਂ ਹਰ ਸਹੂਲਤਾਂ ਜਿਹੜੀਆਂ ਨੇ ਇੱਥੋਂ ਨਗਰ ਵਾਲਿਆਂ ਨੇ ਜਿਹੜੀਆਂ ਚਾਹੀਦੀਆਂ ਸੀ ਉਹ ਲੋੜੀਂਦੀਆਂ ਉਹਦੀਆਂ ਪੂਰੀਆਂ ਕੀਤੀਆਂ ਨੇ। ਔਰ ਮੈਂ ਤੁਹਾਨੂੰ ਇਹ ਦੱਸਾਂ ਵੀ ਜਿਸ ਤਰ੍ਹਾਂ ਮੈਂ ਇਹ ਰਜਿਸਟਰੀ ਮੈਨੂੰ ਪਤਾ ਲੱਗਾ ਵੀ ਇਹ ਜਿਹੜਾ ਖਸਰਾ ਨੰਬਰ ਫਲਾਣਾ ਤੇ ਇਹਨਾਂ ਨੇ ਡੇਰੇ ਵਾਲਿਆਂ ਨੇ ਰਜਿਸਟਰੀ ਕਰਾ ਲਈ ਹੈ। ਰਜਿਸਟਰੀ ਦੀ ਕਾਪੀ ਤੁਹਾਨੂੰ ਵਿਖਾਤੀ ਹੈ। ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਤਹਿਸੀਲਦਾਰ ਕੋਲੋਂ ਆ ਇੱਕ ਐਪਲੀਕੇਸ਼ਨ ਲਾ ਕੇ ਤੇ ਮੈਂ ਉਹਨਾਂ ਤੋਂ ਪੁੱਛਿਆ ਸੀ ਵੀ ਇਹ ਦੱਸੋ ਵੀ ਇਹ ਜਿਹੜਾ ਪਲਾਟ ਹੈ 144 ਨੰਬਰ ਖਸਰਾ ਨੰਬਰ ਜਿਹੜਾ ਹੈ ਇਹਦੇ ਵਿੱਚ ਇਹਦਾ ਮਾਲਕ ਕੌਣ ਹੈ, ਮੌਕੇ ਤੇ ਕਬਜ਼ਾ ਕਿਹਦਾ ਹੈ, ਇਹਦੇ ਵਿੱਚ ਕਿੰਨੇ ਮਕਾਨ ਬਣੇ ਆ।
ਇਹ ਸਾਰਾ ਦੱਸਿਆ ਜਾਵੇ। ਉਹ ਲਿਖਦੇ ਨੇ ਆ ਜਿਹੜੀ ਆ ਤਹਿਸੀਲਦਾਰ ਵੱਲੋਂ ਜੋ ਮੈਨੂੰ ਰਿਪੋਰਟ ਮਿਲੀ ਆ, 19 ਵਿੱਚ ਹਾਂਜੀ ਇਹ 19 ਦੇ ਵਿੱਚ ਜਿਹੜੀ ਆ ਰਿਪੋਰਟ ਮਿਲੀ ਆ, ਔਰ 2019 ਦੇ ਵਿੱਚ ਯਾਨੀ ਕਿ 2 ਸਾਲ ਪਹਿਲਾਂ ਇਹ ਤਹਿਸੀਲਦਾਰ ਤੇ ਪਟਵਾਰੀ ਗਰਦੌੜ ਜਿਹੜੇ ਨੇ ਇਹ ਆਰਟੀਆਈ 'ਚ ਮੈਨੂੰ ਰਿਪੋਰਟ ਦੇ ਰਹੇ ਨੇ ਕਿ ਇਸ ਖਸਰਾ ਨੰਬਰ ਦੇ ਵਿੱਚ ਜਿਹੜਾ ਇਹਦੀ ਰਜਿਸਟਰੀ ਹੋ ਚੁੱਕੀ ਆ, ਔਰ ਇਸ ਟਾਈਮ ਤੇ ਮੌਕੇ ਤੇ ਜੋ ਮਾਲਕ ਹੈ ਉਹ ਰਾਧਾ ਸੁਆਮੀ ਸਤਸੰਗ ਬਿਆਸ ਸੁਸਾਇਟੀ ਆ, ਜਿਹਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ, ਜਾਣੀ ਕਿ ਇਸ ਪਲਾਟ ਦਾ ਮਾਲਕ ਕਾਗਜ਼ਾਂ ਦੇ ਮੁਤਾਬਕ ਗੁਰਿੰਦਰ ਸਿੰਘ ਢਿੱਲੋਂ ਹੈ। ਔਰ ਲਿਖਿਆ ਕਿ ਕਬਜ਼ਾ ਵੀ ਇਹਨਾਂ ਦਾ, ਔਰ ਇਹ ਵੀ ਲਿਖਿਆ ਕਿ ਇੱਕ ਕਮਰਾ ਵੀ ਬਣਿਆ ਹੋਇਆ ਤੇ ਇਸ ਤਰ੍ਹਾਂ ਇਹਦੇ ਵਿੱਚ ਇੰਤਕਾਲ ਦਾ ਨੰਬਰ ਵੀ ਦਿੱਤਾ ਹੈ। ਹੁਣ ਇਹਦੇ ਵਿੱਚ ਸਵਾਲ ਇਹ ਪੈਦਾ ਹੋ ਗਿਆ ਵੀ ਇਹ ਜਿਹੜੀ ਚੀਜ਼ ਫਿਰ ਜਿਹੜੀ ਆ, ਜਦੋਂ ਇਹ ਮੈਂ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਜਦੋਂ ਇੱਥੋਂ ਦਾ ਜਿਹੜਾ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਹੈ ਬਲਵਿੰਦਰ ਸਿੰਘ, ਉਹਨੇ ਇੱਕ ਆ ਜਿਹੜੀ ਚਿੱਠੀ ਜਿਹੜੀ ਆ ਇਹ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ। ਉਹ ਚਿੱਠੀ ਲਿਖਦਾ 9 ਤਰੀਕ 8ਵੇਂ ਮਹੀਨੇ ਦੀ 9 ਤਰੀਕ ਨੂੰ ਉਹ ਚਿੱਠੀ ਲਿਖਦਾ 2021 ਚ। ਹਾਂਜੀ ਐਸੇ ਹੀ ਮਤਲਬ ਕਿ ਮਹੀਨੇ ਦੇ ਵਿੱਚ, ਤੇ ਉਹ ਚਿੱਠੀ ਲਿਖਦਾ ਹੈ ਕਿ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਜਿਹੜੀ ਆ ਉਹ ਨਹੀਂ ਹੋ ਰਹੀ। ਗ੍ਰੰਥੀ ਸਿੰਘ ਜਿਹੜਾ ਹੈ ਉਹ ਇੱਥੇ ਸੇਵਾ ਨਹੀਂ ਕਰ ਸਕਦਾ, ਉਹਦਾ ਕੋਈ ਕਮਾਈ ਦਾ ਸਾਧਨ ਨਹੀਂ, ਇੱਥੇ ਜ਼ਮੀਨ ਨਹੀਂ, ਕੁਛ ਨਹੀਂ, ਲੋਕ ਆਉਂਦੇ ਨਹੀਂਗੇ, ਤੇ ਇਸ ਕਰਕੇ ਇੱਥੋਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹਟਾਇਆ ਜਾਵੇ, ਨਿਸ਼ਾਨ ਸਾਹਿਬ ਵੀ ਹਟਾਇਆ ਜਾਵੇ। ਇਹ ਕਿਤੇ ਨਾਲ ਇਹ ਵੀ ਲਿਖਿਆ ਵੀ ਇੱਥੇ ਸੰਭਾਲਣ ਵਾਲਾ ਕੋਈ ਨਹੀਂ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਲਿਖ ਕੇ ਤੇ ਫਿਰ ਇੱਥੇ ਆ ਗਏ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਸੀ, ਉਹ ਅਕਾਲ ਤਖਤ ਵੱਲੋਂ ਜਿਹੜਾ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਥੇ ਜਿਹੜੀ ਆ ਉਹ ਡਿਊਟੀ ਲੱਗਦੀ ਆ, ਭਾਈ ਜੱਜ ਸਿੰਘ ਤੇ ਭਾਈ ਜਸਪਾਲ ਸਿੰਘ ਆਦਿ ਦੀ ਡਿਊਟੀ ਲੱਗਦੀ ਆ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਤਰ ਹੈ, ਉਹ ਡਿਊਟੀ ਲੱਗਦੀ ਆ ਤੇ ਇੱਥੇ ਪਿੰਡ 'ਚ ਆਉਂਦੇ ਨੇ। ਉਹ ਪਿੰਡ ਦੇ ਵਿੱਚ ਆਏ ਤੇ ਕਿਸੇ ਬੰਦੇ ਨੂੰ ਨਹੀਂ ਮਿਲੇ, ਉਹ ਸਿਰਫ ਜਿਹੜੇ ਇੱਥੋਂ ਗੇੜਾ ਮਾਰ ਕੇ ਚਲੇ ਗਏ। ਤੇ ਜਿਨ੍ਹਾਂ ਨੇ ਇਹ ਚਿੱਠੀ ਲਿਖੀ ਆ ਨਾ, ਤੇ ਉਹ ਖੁਦ ਵੀ ਇੱਥੇ ਜਿਹੜਾ ਉਹ ਨਹੀਂ ਰਹਿੰਦੇ, ਜਿਹੜਾ ਸਰਪੰਚ ਆ ਉਹ ਇੱਥੇ ਪਿੰਡ 'ਚ ਨਹੀਂ ਰਹਿੰਦਾ। ਰਵੇਲ ਸਿੰਘ ਜਿਹੜਾ ਦੂਜੇ ਜਿਨ੍ਹਾਂ ਨੇ ਉੱਥੇ ਚਿੱਠੀ ਲਿਖੀ ਆ, ਇਹਨਾਂ 'ਚੋਂ ਬੰਦਾ ਕੋਈ ਪਿੰਡ 'ਚ ਰਹਿੰਦਾ ਹੀ ਨਹੀਂ। ਤੇ ਇਹ ਇੱਕ ਸਾਜ਼ਿਸ਼ ਸੀ ਵੀ ਰਜਿਸਟਰੀ ਦੀ ਜਿਹੜੀ ਆ ਪਹਿਲਾਂ ਰਜਿਸਟਰੀ ਦਾ ਡੇਰੇ ਨਾਲ ਹੋਈ ਵੀ ਆ। ਇਹ ਜੋ ਕੁਛ ਵੀ ਆ ਇਹ ਸਾਰੇ ਦਾ ਸਾਦਾ ਗੁਰਿੰਦਰ ਸਿੰਘ ਢਿੱਲੋਂ ਮੁਖੀ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਵੱਲੋਂ। ਇਹਦੇ ਵਿੱਚ ਕੀ ਲਿਖਿਆ ਹੈਗਾ, ਜਿਹੜੀ ਰਿਪੋਰਟ ਸੌਂਪੀ ਹੈ ਇਹਦੇ ਵਿੱਚ ਕੀ ਲਿਖਿਆ? ਇਹ ਰਿਪੋਰਟ ਨਹੀਂ, ਅਜੇ ਉਹਨਾਂ ਨੂੰ ਚਿੱਠੀ ਦਿੱਤੀ ਗਈ ਆ, ਪਰ ਰਿਪੋਰਟ ਦਾ ਪਹਿਲਾਂ ਪਤਾ ਲੱਗ ਗਿਆ। ਰਿਪੋਰਟ ਜਿਹੜੀ ਇੱਥੋਂ ਕਰਕੇ ਗਏ, ਉਹ ਰਿਪੋਰਟ ਉਹਨਾਂ ਬੰਦਿਆਂ ਨੂੰ ਮਿਲੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ, ਇਹ ਗੱਲ ਕਹੀ ਸੀ, ਕੰਪਲੇਂਟ ਕੀਤੀ ਸੀ ਵੀ ਇਹ ਗੁਰਦੁਆਰੇ ਸੰਭਾਲ ਨਹੀਂ ਸਕਦਾ ਤੇ ਮਰਸ ਰੂਮ ਹੈ। ਉਹਨਾਂ ਨੂੰ ਹੀ ਜਿਹੜਾ ਸੀ ਉਹ ਮਿਲ ਕੇ ਤੇ ਚਲੇ ਗਏ। ਜਦੋਂ ਨਗਰ ਵਾਲਿਆਂ ਨੂੰ ਪਤਾ ਲੱਗਾ ਵੀ ਸਾਡੇ ਨਗਰ ਦੇ ਗੁਰਦੁਆਰਾ ਸਾਹਿਬ ਦੀ ਇੱਥੋਂ ਚਿੱਠੀ ਗਈ ਆ ਤੇ ਸਾਨੂੰ ਪੁੱਛਿਆ ਹੀ ਨਹੀਂ, ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਇਹਨਾਂ ਨੇ ਫਿਰ ਮੈਨੂੰ ਟੈਲੀਫੋਨ ਕੀਤਾ। ਆ ਬੈਠੇ ਨੇ ਨੰਬਰਦਾਰ ਸਾਹਿਬ, ਇਹ ਸਾਰੇ ਬੈਠੇ ਨੇ, ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਇਹਨਾਂ ਦੇ ਫੋਨ ਕਰਤੇ ਫਿਰ ਮੈਂ ਇੱਥੇ ਆਇਆ ਵੀ ਸਾਡੇ ਪਹਿਲਾਂ ਜਿਸ ਤਰ੍ਹਾਂ ਤੁਸੀਂ, ਕਿਉਂਕਿ ਇਸ ਪਿੰਡ ਦੀ ਮੈਂ ਪੰਚਾਇਤੀ ਜ਼ਮੀਨ ਵੀ ਬਚਾਈ ਆ, ਉਹ ਨਿਲਾਮ ਕਰਕੇ ਲੈ ਚੱਲੇ ਸੀ, ਉਹ ਜ਼ਮੀਨ ਵੀ ਇਹਨਾਂ ਦੀ ਬਚਾਈ ਆ। ਤੇ ਇਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਵੀ ਹੁਣ ਸਾਡੇ ਗੁਰਦੁਆਰਾ ਜਿਹੜਾ ਬਾਬਾ ਜੀਵਨ ਸਿੰਘ ਦਾ ਉਹ ਢਾਹ ਢੇਰੀ ਹੋਣਾ ਤੇ ਤੁਸੀਂ ਆਓ। ਮੈਂ ਇੱਥੇ ਆਇਆ ਜੀ ਪਰਸੋਂ ਜਦੋਂ ਮੈਂ ਇੱਥੇ ਆ ਤੇ ਇਹਨਾਂ ਦੀ ਸਾਰੀ ਗੱਲਬਾਤ ਸੁਣੀ, ਔਰ ਇਹਨਾਂ ਨੇ ਮੈਨੂੰ ਇੱਕ ਲਿਖਤੀ ਪੱਤਰ ਜਿਹੜਾ ਆ ਇਹਨਾਂ ਨੇ ਦਿੱਤਾ ਵੀ ਤੁਸੀਂ ਇਸ ਗੁਰਦੁਆਰੇ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਇਹਦੀ ਪੈਰਵਾਈ ਕਰੋ। ਔਰ ਮੈਂ ਮੁੜ ਕੇ ਫਿਰ ਜਦੋਂ ਇੱਥੇ ਸ਼੍ਰੋਮਣੀ ਕਮੇਟੀ ਵਾਲਿਆਂ ਨਾਲ ਪਤਾ ਕੀਤਾ ਵੀ ਤੁਸੀਂ ਇੱਥੇ ਕੀ ਕਰਨ ਵਾਸਤੇ ਆਏ ਹੋ, ਤੁਹਾਨੂੰ ਬੁਲਾਇਆ ਕਿਹਨੇ, ਤੇ ਉਹਨਾਂ ਨੇ ਕਿਹਾ ਕਿ ਆਹ ਜਿਹੜਾ ਪੱਤਰ ਹੈ ਇਹ ਇਹਨਾਂ ਨੇ ਮੇਰੇ ਨਾਂ ਦਾ ਲਿਖਿਆ, ਨਗਰ ਵਾਲਿਆਂ ਨੇ, ਇਹ ਸਾਰੇ ਅੱਗੇ ਇਹਨਾਂ ਦੇ ਸਾਈਨ ਨੇ। ਇਹਨਾਂ ਨੇ ਜਦੋਂ ਦਿੱਤਾ, ਮੈਂ ਫਿਰ ਸ਼੍ਰੋਮਣੀ ਕਮੇਟੀ ਦੇ ਨਾਲ ਜਿਹੜਾ ਸੀ ਉਹ ਰਾਬਤਾ ਕੀਤਾ ਤੇ ਉਹ ਕਹਿੰਦੇ ਜੀ ਇਹ ਤਾਂ ਜਿਹੜਾ ਗੁਰਦੁਆਰਾ ਹੈ ਇਹ ਇੱਥੋਂ ਦੀ ਅਸੀਂ ਇਹ ਰਿਪੋਰਟ ਕਰਕੇ ਲੈ ਗਏ ਹਾਂ ਵੀ ਇੱਥੇ ਕੋਈ ਰਹਿੰਦਾ ਨਹੀਂ ਗਾ ਤੇ ਉਹਦੀ ਸੇਵਾ ਸੰਭਾਲਣੀ ਹੁੰਦੀ, ਸਾਨੂੰ ਸਰਪੰਚ ਨੇ ਕਿਹਾ ਤੇ ਇਸ ਕਰਕੇ ਇਹ ਸਾਡੀ ਰਿਪੋਰਟ ਕਰਨੀ ਆਉਂਦੀ ਹੈ। ਮੈਂ ਫਿਰ ਇਹਨਾਂ ਨੂੰ ਨਾਲ ਲਿਆ, ਫਿਰ ਅਸੀਂ ਪਰਸੋਂ ਜਾਣੀ ਕਿ 18 ਤਰੀਕ ਨੂੰ ਅਸੀਂ ਜਿਹੜਾ ਸੀ ਉੱਥੇ ਗਏ ਆ ਸ੍ਰੀ ਅਕਾਲ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਗਏ ਆ। ਉੱਥੇ ਅਸੀਂ ਸਕੱਤਰ ਨੂੰ ਮਿਲੇ ਆ, ਸਕੱਤਰ ਨੂੰ ਮਿਲ ਕੇ ਸਾਰਾ ਦੱਸਿਆ। ਸਾਰੇ ਨਗਰ ਦੀ ਪਿੰਡ ਦੀ ਜਿਹੜੀ ਪੰਚਾਇਤ ਹੈ ਮੇਰੇ ਨਾਲ ਗਈ ਆ ਭਈ ਤੁਹਾਡੇ ਜਿਹੜੇ ਤੁਹਾਨੂੰ ਜਿਹੜੀ ਚਿੱਠੀ ਮਿਲੀ ਆ ਉਹ ਗਲਤ ਆ, ਔਰ ਜਿਹੜੇ ਤੁਹਾਡੇ ਬੰਦੇ ਰਿਪੋਰਟ ਕਰਨ ਗਏ ਨੇ ਉਹਨਾਂ ਨੇ ਵੀ ਪਿੰਡ ਦੇ ਬੰਦਿਆਂ ਨੂੰ ਜਿਹੜੀ ਨਗਰ ਦੀ ਸੰਗਤ ਆ ਉਹਨੂੰ ਕਿਸੇ ਨੇ ਨਹੀਂ ਪੁੱਛਿਆ।
ਇਹ ਸਾਰਾ ਇੱਕ ਬਹੁਤ ਵੱਡਾ ਫਰਾਡ ਹੋ ਰਿਹਾ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਉਥੋਂ ਇੱਕ ਸਾਜ਼ਿਸ਼ ਦੇ ਤਹਿਤ ਉਠਵਾ ਕੇ ਤੇ ਇਹ ਢਾਹ ਕੇ ਤੇ ਇਹ ਜ਼ਮੀਨ ਜਿਹੜੀ ਆ ਡੇਰਾ ਰਾਧਾ ਸਵਾਮੀ ਨੇ ਇੱਥੇ ਕਬਜ਼ਾ ਕਰਨਾ ਹੈ। ਕਾਗਜ਼ਾਂ 'ਚ ਮਾਲਕ ਤੇ ਉਹ ਪਹਿਲਾਂ ਹੀ ਆ ਜਿਹੜੀ ਦੋ ਜਦੋਂ ਉਹ ਮਲਕੀਅਤ ਲੈ ਚੁੱਕੇ ਨੇ ਤਾਂ ਫਿਰ ਉਹਦੇ ਲਈ ਰੂਲ ਕੀ ਹੈਗਾ ਆ, ਕੀ ਖਾਸ ਰੂਲ, ਕਿਉਂਕਿ ਉਹ ਮਾਲਕ ਬਣ ਚੁੱਕੇ ਨੇ। ਮੱਖਣ ਸਿੰਘ ਨੇ ਉਹਨਾਂ ਦੇ ਨਾਮ ਤੇ ਰਜਿਸਟਰੀ ਕਰ ਦਿੱਤੀ ਹੈਗੀ ਆ ਜਗ੍ਹਾ ਦੀ, ਫਿਰ ਰੂਲ ਕੀ ਆ? ਬੀਬਾ ਜੀ ਇਹੀ ਤੇ ਇੱਕ ਗੱਲ ਹੈ, ਇਹਦੇ ਵਿੱਚ ਰੂਲ ਇਹ ਹੈ ਕਿ ਇਹਨਾਂ ਨੇ ਗਲਤ ਤਹਿਰੀਰ ਲਿਖ ਕੇ ਵੀ ਇੱਥੇ ਇੱਕ ਕੋਠਾ ਹੈ ਜਦੋਂ ਕਿ ਗੁਰੂ ਘਰ ਪਿਆ। ਇਹ ਤੇ ਹੁਣ ਇਹ ਆ ਕਿ ਮੈਂ ਐਪਲੀਕੇਸ਼ਨ ਜਿਹੜੀ ਆ ਉਹ ਅੱਜ IG ਸਾਹਿਬ ਨੂੰ ਵੀ ਮਿਲ ਕੇ ਆਇਆ ਔਰ ਸ਼੍ਰੋਮਣੀ ਕਮੇਟੀ ਨੂੰ ਅੱਜ ਇੱਕ ਵੱਖਰਾ ਮੰਗ ਪੱਤਰ ਦੇ ਕੇ ਆਇਆ ਵੀ ਇਸ ਚੀਜ਼ ਦੀ ਪੜਤਾਲ ਕੀਤੀ ਜਾਏ ਵੀ ਜਦੋਂ ਇਹ ਇੱਥੇ ਗੁਰੂ ਘਰ ਬਣਿਆ ਹੋਇਆ ਤੇ ਜਦੋਂ ਰਜਿਸਟਰੀ ਲਿਖੀ ਗਈ ਆ ਉਹਦੇ ਵਿੱਚ ਕੋਠਾ ਕਿਉਂ ਦੱਸਿਆ ਗਿਆ ਔਰ ਫਿਰ ਰਜਿਸਟਰੀ ਹੋਈ ਤੇ ਕਿਉਂ ਹੋਈ। ਉਸ ਤੋਂ ਬਾਅਦ ਜਦੋਂ ਮੈਂ RT 'ਚ ਜਾਣਕਾਰੀ ਮੰਗੀ ਆ ਉਦੋਂ ਕੋਠਾ ਕਿਉਂ ਦੱਸਿਆ ਗਿਆ। ਉਦੋਂ ਕਬਜ਼ਾ ਜਿਹੜਾ ਸੀ ਉਹ ਪਹਿਲਾਂ ਰਜਿਸਟਰੀ ਕਰਨ ਵਾਲੇ ਵੀ ਕਹਿੰਦੇ ਸਾਡਾ ਕਬਜ਼ਾ, ਜਦੋਂ ਕਿ ਉਹਨਾਂ ਦਾ ਕਬਜ਼ਾ ਨਹੀਂ। ਕਬਜ਼ਾ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਤਲਬ ਕਿ ਗੁਰੂ ਘਰ ਬਣਿਆ ਹੋਇਆ। ਤੇ ਫਿਰ ਉਹਨਾਂ ਨੇ ਜਿਹੜੀ RT ਮੈਨੂੰ ਦਿੱਤੀ ਆ ਉਹ 'ਚ ਵੀ ਉਹਨਾਂ ਲਿਖਿਆ ਕਿ ਇੱਕ ਕੋਠਾ ਹੈ ਤੇ ਇਹ ਤੇ ਮੌਕਾ ਕਬਜ਼ਾ ਡੇਰਾ ਰਾਧਾ ਸਵਾਮੀ ਦਾ ਹੈ। ਇਹ 'ਚ ਕੀ ਹੋਵੇਗਾ ਹੁਣ ਜਿਹੜੀਆਂ ਮੈਂ ਚਿੱਠੀਆਂ ਲਿਖੀਆਂ ਨੇ ਕਿ ਜਿਨ੍ਹਾਂ ਨੇ ਗਲਤ ਰਜਿਸਟਰੀ ਕਰਾਈ, ਜਿਨ੍ਹਾਂ ਨੇ ਗਲਤ RTI ਦਿੱਤੀ, ਜਿਨ੍ਹਾਂ ਸਰਪੰਚ ਨੇ ਜਿਹੜਾ ਸੀ ਉਹ ਇੱਥੇ ਗਲਤ ਅਕਾਲ ਤਖਤ ਨੂੰ ਅਕਾਲ ਤਖਤ ਸਾਹਿਬ ਨੂੰ ਗਲਤ ਚਿੱਠੀ ਲਿਖੀ ਆ ਕਿ ਇੱਥੋਂ ਢਾਇਆ ਜਾਏ। ਹੁਣ ਇਹ ਨਗਰ ਜਿਹੜਾ ਇਹ ਸਾਰਾ ਚਾਹੁੰਦਾ ਹੈ ਕਿ ਗ੍ਰੰਥੀ ਕਹਿੰਦਾ ਕਿ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਤਾਂ ਜ਼ਿੰਦਗੀ ਮੈਂ ਸੇਵਾ ਕਰਾਂਗਾ, ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ। ਫਿਰ ਨਗਰ ਕਹਿੰਦਾ ਕਿ ਗ੍ਰੰਥੀ ਦੀ ਅਸੀਂ ਹਰ ਸੇਵਾ ਜਿਹੜੀ ਆ ਉਹ ਕਰਨ ਨੂੰ ਤਿਆਰ ਹਾਂ, ਕੋਈ ਵੀ ਲੋੜ ਹੋਵੇਗੀ ਤਾਂ ਅਸੀਂ ਪੂਰੀ ਕਰਾਂਗੇ। ਨਗਰ ਉਹਦੇ ਨਾਲ ਗ੍ਰੰਥੀ ਸੇਵਾ ਕਰਨ ਨੂੰ ਤਿਆਰ ਆ। ਨਗਰ ਜਿਹੜਾ ਉਹ ਗ੍ਰੰਥੀ ਦੇ ਨਾਲ ਆ। ਨਗਰ ਚਾਹੁੰਦਾ ਕਿ ਸਾਡੇ ਪਿੰਡ ਦਾ ਗੁਰਦੁਆਰਾ ਜਿਹੜਾ ਬਾਬਾ ਜੀਵਨ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਬਣਿਆ ਹੈ ਇਹ ਨਹੀਂ ਢਹਿਣਾ ਚਾਹੀਦਾ। ਤੇ ਇਹ ਹੁਣ ਕਾਨੂੰਨੀ ਤੌਰ ਤੇ ਲਾ ਇਹ ਕਹਿੰਦਾ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਮੁਖੀ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ, ਰਜਿਸਟਰੀ ਕਰਨ ਵਾਲੇ, ਤਹਿਸੀਲਦਾਰ, ਲਿਖਣ ਵਾਲਾ ਤੇ ਇਹ ਸਾਰੇ ਰਜਿਸਟਰੀ ਕਲਰਕ ਤੇ ਜਿਹੜੇ ਗਵਾਹ ਨੇ ਜਿਨ੍ਹਾਂ ਦੇ ਸਾਹਮਣੇ ਰਜਿਸਟਰੀ ਹੋਈ ਆ ਇਹਨਾਂ ਸਾਰਿਆਂ ਤੇ, ਉਸ ਤੋਂ ਬਾਅਦ ਜਿਨ੍ਹਾਂ ਇੰਤਕਾਲ ਕੀਤਾ ਤਹਿਸੀਲਦਾਰ, ਪਟਵਾਰੀ, ਗਰਦੌਰ, ਉਹ ਉਸ ਤੋਂ ਬਾਅਦ ਜਿਨ੍ਹਾਂ ਨੇ RTI ਗਲਤ ਰਿਪੋਰਟ ਕਰਕੇ ਦਿੱਤੀ ਆ ਉਹ, ਉਸ ਤੋਂ ਬਾਅਦ ਪਿੰਡ ਦਾ ਸਰਪੰਚ ਤੇ ਜਿਨ੍ਹਾਂ ਬੰਦਿਆਂ ਨੇ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰਕੇ ਇੱਕ ਚਿੱਠੀ ਲਿਖੀ ਆ। ਉਹ ਹੁਣ ਮੈਂ DC ਸਾਹਿਬ ਨੂੰ ਮਿਲਣਾ ਸੀ ਲੇਕਿਨ ਇੱਧਰ ਆ ਗਿਆ ਤੇ ਇਹ ਅਸੀਂ ਹੁਣ ਸਾਰੇ ਨਗਰ ਦੇ ਨਾਲ ਮੈਂ ਮਿਲ ਕੇ ਅੱਜ ਵੀ ਨਗਰ ਸਾਰਾ ਜਿਹੜਾ ਸੀ ਉੱਥੇ ਜਾ ਕੇ ਤੁਹਾਡੇ ਸਾਹਮਣੇ ਗਿਆ ਹੈ ਤੇ ਅੱਜ ਫਿਰ ਸਕੱਤਰ ਨੂੰ ਮਿਲ ਕੇ ਆਇਆ ਤੇ ਇਹ ਸਕੱਤਰ ਤੋਂ ਵੀ ਮੰਗ ਕੀਤੀ ਆ। ਸ਼੍ਰੋਮਣੀ ਕਮੇਟੀ ਤੋਂ ਮੈਂ ਮੰਗ ਇਹ ਕੀਤੀ ਆ ਕਿ ਜਿਹੜੇ ਮੈਂ ਤੁਹਾਨੂੰ ਪ੍ਰੂਫ ਦੇ ਰਿਹਾ ਇਹਨਾਂ ਪ੍ਰੂਫਾਂ ਦੇ ਆਧਾਰ ਤੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਇਹਨਾਂ ਸਾਰਿਆਂ ਦੇ ਖਿਲਾਫ ਧੋਖਾਧੜੀ ਦਾ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਹ ਸਾਰਾ ਜਿਹੜਾ ਇਹਨਾਂ ਦੀਆਂ ਸਾਰੀਆਂ ਵੱਖ-ਵੱਖ ਧਾਰਾਵਾਂ ਲਾ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਇਹਨਾਂ ਦੇ ਉੱਤੇ ਪੁਲਿਸ ਪਰਚਾ ਕਰਕੇ ਇਹਨਾਂ 'ਚ ਜੇਲ੍ਹ 'ਚ ਬੰਦ ਕੀਤਾ ਜਾਵੇ। ਤੇ ਇਹ ਜਿਹੜੀ ਜ਼ਮੀਨ ਜਿਹੜੀ ਜਿਹਦੇ 'ਚ ਇਹ ਪਲਾਟ ਹੈ ਜਿਹੜਾ ਜਿਸ 'ਚ ਗੁਰਦੁਆਰਾ ਸਾਹਿਬ ਬਣਿਆ ਇਹ ਰਜਿਸਟਰੀ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਨਾਂ ਤੇ ਜਿਹੜਾ ਰਾਧਾ ਸਵਾਮੀ ਸਤਸੰਗ ਬਿਆਸ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਉਹਨੇ ਗਲਤ ਰਜਿਸਟਰੀ ਕਰਾਈ ਆ। ਇਹ ਰਜਿਸਟਰੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਣੀ ਚਾਹੀਦੀ ਹੈ। ਇਹ ਮੈਂ ਮੰਗ ਕੀਤੀ ਆ ਤੇ ਇਹ ਅੱਗੇ ਲੈ ਕੇ ਚੱਲਾਂਗੇ। ਸੋ ਇਹਨਾਂ ਦੀ ਮੰਗ ਇਹੀ ਹੈ ਕਿ ਇਹ ਜਿਹੜੀ ਰਜਿਸਟਰੀ ਹੈਗੀ ਆ ਜਿਹੜੀ ਕਿ ਡੇਰਾ ਮੁਖੀ ਦੇ ਨਾਮ ਤੇ ਜਾਂ ਉਹਨਾਂ ਦੀ ਸੰਸਥਾ ਦੇ ਨਾਮ ਤੇ ਜਿਹੜੀ ਹੋ ਚੁੱਕੀ ਹੈ ਵਾਪਸ ਇੱਥੇ ਕੀਤੀ ਜਾਵੇ ਕਿਉਂਕਿ ਇੱਥੇ 70 ਸਾਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਰਿਹਾ ਹੈ। ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਨਾਲ ਗ੍ਰੰਥੀ ਸਿੰਘ ਦੀ ਰਿਹਾਇਸ਼ ਬਣੀ ਹੋਈ ਹੈ ਜਿਸ ਨੂੰ ਕਿ ਗਲਤ ਦਰਸਾਇਆ ਜਾ ਰਿਹਾ ਸੀ ਕਿ ਇੱਥੇ ਸਿਰਫ ਇੱਕ ਕੋਠਾ ਹੈ। ਹਾਲਾਂਕਿ ਜਦੋਂ ਅਸੀਂ ਵੀ ਹੁਣ ਦੇਖਣ ਦੇ ਵਿੱਚ ਆਏ ਆ ਸਾਡੇ ਦੇਖਣ ਵਿੱਚ ਇਹੀ ਆਇਆ ਹੈ ਕਿ ਇੱਕ ਵੱਖਰਾ ਅਸਥਾਨ ਜਿਹੜਾ ਹੈਗਾ ਗੁਰੂ ਸਾਹਿਬ ਲਈ ਬਣਿਆ ਹੋਇਆ, ਇੱਕ ਬਰਾਂਡਾ ਬਣਿਆ ਹੋਇਆ ਔਰ ਗ੍ਰੰਥੀ ਸਿੰਘ ਦਾ ਪੂਰਾ ਘਰ ਜਿੰਨੀ ਰਿਹਾਇਸ਼ ਦੀ ਜ਼ਰੂਰਤ ਹੈ ਉਹ ਵੱਖਰੀ ਬਣੀ ਹੋਈ ਹੈ। ਪਿੰਡ ਵਾਸੀਆਂ ਦੀ ਜਿਹੜੀ ਮੰਗ ਹੈ ਉਹ ਵੀ ਇਹੀ ਸੀ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਇੱਥੇ ਹੀ ਰਹਿਣਾ ਚਾਹੀਦਾ ਹੈ। ਸੋ ਜਿਹੜੇ ਪਿੰਡ ਦੇ ਸਰਪੰਚ ਨੇ ਉਹ ਇਹਨਾਂ ਤੋਂ ਅਲੱਗ ਚੱਲਦੇ ਨੇ ਔਰ ਪਿੰਡ ਦੇ ਨੰਬਰਦਾਰ ਜਾਂ ਮੈਂਬਰ ਸਾਰੇ ਹੀ ਚਾਹੁੰਦੇ ਨੇ ਕਿ ਗੁਰਦੁਆਰਾ ਸਾਹਿਬ ਬਣਿਆ ਰਹੇ। ਨੰਬਰਦਾਰ ਆ ਬੈਠੇ ਨੇ ਇਹ ਵੀ ਪਿੰਡ ਦੇ ਮੁਖੀ ਬੰਦੇ ਨੇ, ਅੱਜ ਇੰਨੇ ਨੇ ਜ਼ਿੰਮੇਵਾਰ ਬੰਦੇ ਨੇ ਤੇ ਸਾਰੇ ਪਿੰਡ ਦੇ ਜਿਹੜੇ ਨੇ ਜ਼ਿੰਮੇਵਾਰ ਬੰਦੇ ਨੇ। ਤੇ ਇੱਥੇ ਜਿਹੜੀ ਪੰਚਾਇਤ ਦੀ ਚੋਣ ਹੁੰਦੀ ਆ ਨਾ ਇੱਥੇ ਲੋਕਤੰਤਰ ਨਹੀਂ ਹੈਗਾ। ਆ ਜਿਹੜੇ 20-25 ਪਿੰਡ ਨੇ ਨਾ ਇੱਥੇ ਜਦੋਂ ਪੰਚਾਇਤ ਦੀ ਚੋਣ ਹੁੰਦੀ ਆ ਉਹ ਆਮ ਇੱਕ ਕਹਾਵਤ ਹੈ ਵੀ ਲੋਕਤੰਤਰ ਨਹੀਂ ਨੋਟ ਤੇ ਸੋਟ ਤੰਤਰ ਹੈ। ਇੱਥੇ ਨੋਟ ਵੀ ਨਹੀਂ ਚੱਲਦਾ, ਇੱਥੇ ਸੋਟ ਚੱਲਦਾ ਹੈ। ਕਿਹਦਾ ਚੱਲਦਾ?
ਗੁਰਿੰਦਰ ਸਿੰਘ ਢਿੱਲੋਂ ਦਾ। ਤੇ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਸ ਡੇਰੇ 'ਚ ਹਾਜ਼ਰੀ ਲਵਾਉਂਦੀਆਂ ਨੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ, ਇੱਥੇ ਪ੍ਰਧਾਨ ਮੰਤਰੀ ਤੱਕ ਜਿਹੜੇ ਨੇ ਇੱਥੇ ਆ ਕੇ ਹਾਜ਼ਰੀ ਲਾਉਂਦੇ ਆ। ਇਸ ਡੇਰੇ ਦੇ ਵਿੱਚ ਜਿਹੜਾ RSS ਦਾ ਮੁਖੀ ਆ ਉਹ ਵੀ ਹਾਜ਼ਰੀ ਲਵਾਉਂਦਾ ਹੈ। ਸੋ ਇੱਥੇ ਇਹ ਜਿਹੜੇ ਡੇਰੇ ਇਸ ਤਰ੍ਹਾਂ ਦੇ ਆ, ਇਹ ਗੁਰੂ ਘਰਾਂ ਨੂੰ ਖਤਮ ਕਰਕੇ ਇਹ ਡੇਰੇ ਜਿਹੜੇ ਨੇ ਪ੍ਰਫੁੱਲਤ ਕਰ ਰਹੇ ਨੇ। ਤੇ ਜਿਹੜੀਆਂ ਇੱਥੇ ਅਸਲ ਕਹਾਣੀ ਇਹ ਆ ਕਿ ਇੱਥੇ ਗੁੰਡਾ ਰਾਜ ਹੈ 20-25 ਪਿੰਡਾਂ ਦੇ। ਮੇਨ ਗੱਲ ਇਹ ਹੋ ਗਈ ਕਿ ਗੁਰੂ ਘਰ ਜਿੱਥੇ ਪ੍ਰਚਾਰ ਕੀਤਾ ਜਾਣਾ ਹੈ, ਜਿੱਥੇ ਪ੍ਰਕਾਸ਼ ਹੁੰਦਾ ਹੈ, ਪਿੰਡ ਵਾਸੀ ਚਾਹੁੰਦੇ ਨੇ ਕਿ ਇੱਥੇ ਲਗਾਤਾਰ ਪ੍ਰਕਾਸ਼ ਹੋਵੇ, ਗੁਰਬਾਣੀ ਦਾ ਜਿਹੜਾ ਪ੍ਰਵਾਹ ਚੱਲੇ। ਪਰੰਤੂ ਕਾਰਨ ਇਹ ਹੈ ਕਿ ਇੱਥੇ ਡੇਰਾ ਮੁਖੀ ਦਾ ਜਿਹੜਾ ਹੈ ਪ੍ਰਬੰਧ ਹੋ ਚੁੱਕਿਆ। ਇੱਥੇ ਪ੍ਰਕਾਸ਼ ਦਾ ਦੂਰ ਦੂਰ ਉਸ ਗੁਰਦੁਆਰਾ ਦੇ ਵਿੱਚ, ਗੁਰਦੁਆਰਾ ਸਾਹਿਬ 'ਚ ਆਵਾਜ਼ ਦਿੱਤੀ ਗਈ ਭਈ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਤੇ ਹੋਰ ਵੀ ਇਲਾਕੇ ਦੇ ਬੰਦੇ ਜਿਹੜੇ ਨੇ ਉਹ ਆ ਰਹੇ ਨੇ ਤੇ ਉੱਥੇ ਪਹੁੰਚੋ। ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਜਿਹੜੇ ਉਸ ਡੇਰਾ ਮੁਖੀ ਦੇ ਜਿਹੜੇ ਤਲੇ ਝੱਟ ਨੇ, ਜਿਨ੍ਹਾਂ ਨੂੰ ਸ਼ਰਾਰਤੀ ਅਨਸਰ ਕਹਿ ਸਕਦੇ ਆ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਕਹਿ ਸਕਦੇ ਆ, ਉਹਨਾਂ ਲੋਕਾਂ ਨੇ ਜਾ ਕੇ ਇਸ ਚੀਜ਼ ਤੋਂ ਦਬਕਾਇਆ, ਬਾਬਾ ਜੀ ਨੂੰ ਵੀ ਦਬਕਾਇਆ, ਉਸ ਨੂੰ ਵੀ ਤੇ ਇਸ ਨੂੰ। ਇੱਥੇ ਗੁਰਦੁਆਰਾ ਇੱਕ ਹੋਰ ਵੀ ਹੈ ਭਈ ਤੁਸੀਂ ਇਹ ਸਪੀਕਰ 'ਚ ਆਵਾਜ਼ ਕਿਵੇਂ ਦਿੱਤੀ ਆ? ਇੱਥੇ ਤੇ ਇਹਨਾਂ ਦੇ ਪੁੱਛੇ ਬਗੈਰ ਕੋਈ ਸਾਹ ਨਹੀਂ ਲੈ ਸਕਦਾ। ਔਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੇ ਖਿਲਾਫ ਹੁਣ ਤੱਕ ਇਹਨਾਂ ਨੇ ਕਿੰਨੀਆਂ ਕਾਰਵਾਈਆਂ ਕੀਤੀਆਂ। ਤੁਹਾਨੂੰ ਪਤਾ ਹੈ ਕਿ ਜਦੋਂ ਮੈਂ ਇੱਥੇ ਧਰਨਾ ਦਿੱਤਾ ਸੀ, ਗੁਰਿੰਦਰ ਸਿੰਘ ਢਿੱਲੋਂ ਖੁਦ ਮੈਨੂੰ ਧਮਕੀ ਦੇ ਕੇ ਗਿਆ ਔਰ ਉਸ ਤੋਂ ਬਾਅਦ ਮੁੜ ਕੇ ਮੈਨੂੰ ਜੇਲ੍ਹ ਦੇ ਵਿੱਚ ਮਹੀਨਾ ਰੱਖਿਆ ਤੇ ਵੀ ਇੱਕੋ ਗੱਲ ਵੀ ਇੱਥੇ ਆਉਣ ਨਹੀਂ ਦੇਣਾ। ਇੱਥੇ ਮਾਰਨ ਦੀਆਂ ਧਮਕੀਆਂ ਉਹਨਾਂ ਦੇ ਡੇਰੇ ਵਾਲਿਆਂ ਵੱਲੋਂ, ਜਿਹੜੇ ਚੇਲੇ ਚਪਟੇ ਨੇ ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਟੈਲੀਫੋਨਾਂ ਤੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ। ਮੈਂ ਉਹ ਦਰਖਾਸਤਾਂ ਦਿੱਤੀਆਂ ਪਰ ਸੁਣਵਾਈ ਕੋਈ ਨਹੀਂ, ਕਿਉਂਕਿ ਇੱਥੇ ਗੁੰਡਾ ਰਾਜ ਹੈ, ਇੱਥੇ ਜਿਹੜੇ ਡੰਮੀ ਗੁਰੂ ਨੇ ਉਹਨਾਂ ਦਾ ਰਾਜ ਹੈ। ਇਸ ਕਰਕੇ ਇੱਥੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਪੁਲਿਸ ਵੀ ਵਿਚਾਰੀ। ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਪੁਲਿਸ ਜਾ ਕੇ ਬੰਗਾਲ ਦੇ ਵਿੱਚੋਂ ਗੈਂਗਸਟਰ ਜਿਨ੍ਹਾਂ ਨੂੰ ਨੌਜਵਾਨਾਂ ਨੂੰ ਕਿਹਾ ਸੀ ਉਹਨਾਂ ਨੂੰ ਜਾ ਕੇ ਪਕੜ ਲੈਂਦੀ ਹੈ। ਔਰ ਇੱਥੇ ਜੇ ਕੰਪਲੇਂਟ ਕੀਤੀ ਜਾਂਦੀ ਹੈ ਤਾਂ ਸੰਵਿਧਾਨ ਕੀ ਕਹਿੰਦਾ ਹੈ ਕਿ ਕਿੰਨਾ ਕੁ ਸਮਾਂ ਜਿਹੜਾ ਹੈ ਲੋਕ ਕੰਪਲੇਂਟ ਕਰਦੇ ਰਹਿਣਗੇ। ਜੇ ਹੁਣ ਇਹ ਪਿੰਡ ਵਾਲਿਆਂ ਦੀ ਆਵਾਜ਼ ਚੁੱਕੀ ਹੈ ਕਿ ਗੁਰਦੁਆਰਾ ਸਾਹਿਬ ਬਚਾਉਣਾ ਚਾਹੁੰਦੇ ਨੇ, ਤਾਂ ਕੀ ਸੰਵਿਧਾਨ ਕੀ ਕਹਿੰਦਾ ਹੈ ਕਿ ਕਿੰਨੇ ਕੁ ਸਮੇਂ ਦੇ ਵਿੱਚ ਇਹਨਾਂ ਦੀ ਆਵਾਜ਼ ਸੁਣੀ ਜਾਊਗੀ? ਬੀਬਾ ਜੀ, ਮੈਂ ਹਾਈ ਕੋਰਟ 'ਚ ਵੀ ਕੇਸ ਕੀਤੇ ਨੇ। ਹਾਈ ਕੋਰਟ 'ਚ ਕੇਸ ਕਰਕੇ ਇਸ ਜ਼ਮੀਨ ਦੀ 80 ਕਿੱਲੇ ਜਾ ਰਹੀ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ। ਉਹ ਬੱਚੇ ਨੇ ਜਿਨ੍ਹਾਂ ਬੱਚਿਆਂ ਦੇ ਉੱਤੇ ਡੇਰੇ ਵਾਲਾ ਇੱਕ ਡਰਾਈਵਰ ਸ਼ਰਾਬ ਪੀ ਕੇ, ਤੇ ਇਹ ਇੱਥੇ ਸ਼ਾਮ ਨੂੰ ਇਹਨਾਂ ਦੇ ਪਿੰਡ 'ਚ ਮੇਲਾ ਹੁੰਦਾ ਤੇ ਇਕੱਠੇ ਹੋ ਰਹੇ ਸੀ। ਤੇ ਇਹ ਲੜਕੇ ਜਿਹੜੇ ਨੇ, ਜਿਸ ਤਰ੍ਹਾਂ ਨੰਬਰਦਾਰ ਜੀ ਨੇ, ਇਹ ਲੜਕੇ ਨੇ, ਆ ਜਿਹੜੇ ਨੌਜਵਾਨ ਬੈਠੇ ਨੇ ਜਿਹੜੇ ਮੇਰੇ ਨਾਲ ਚੱਲਦੇ ਨੇ ਤੇ ਇਹ ਹਰ ਵਕਤ ਜਾਂਦੇ ਨੇ, ਤੇ ਇਹਨਾਂ ਤੇ ਬੱਸ ਚੜਾ ਦੇਣ ਲੱਗਾ ਸੀ ਉਹ ਡਰਾਈਵਰ। ਫਿਰ ਰਾਤ ਨੂੰ ਮੈਨੂੰ ਇਹਨਾਂ ਨੇ ਫੋਨ ਕੀਤਾ, ਮੈਂ SHO ਨੂੰ ਫੋਨ ਕੀਤਾ, ਮੈਂ SSP ਨੂੰ ਫੋਨ ਕੀਤਾ। ਇਹ 5-6 ਸਾਲ ਪਹਿਲਾਂ ਦੀ ਗੱਲ ਹੈ। ਤੇ ਉਸ ਤੋਂ ਬਾਅਦ ਮੁੜ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਖੁਦ ਸਪੀਕਰ 'ਚ ਇਸ ਪਿੰਡ 'ਚ ਆ ਕੇ ਜਿਹੜਾ ਉਹ ਧਮਕੀਆਂ ਦਿੰਦਾ। ਇੱਥੋਂ ਤੱਕ ਕਹਿ ਦਿੱਤਾ ਉਹਨੇ, ਔਰਤਾਂ ਨੂੰ ਸੰਬੋਧਨ ਹੋ ਕੇ ਕਹਿ ਦਿੱਤਾ ਕਿ ਇਹ ਤੁਹਾਡੇ ਜਿਹੜੇ ਪਤੀ ਨੇ, ਜੇ ਤੁਹਾਡੇ ਆਖੇ ਨਹੀਂ ਲੱਗਦੇ ਤੇ ਤੁਸੀਂ ਮੇਰੇ ਕੋਲ ਡੇਰੇ 'ਚ ਆ ਜਾਓ, ਇਹਨਾਂ ਨੂੰ ਰੋਟੀ ਨਹੀਂ ਦੇਣੀ। ਇੱਥੋਂ ਤੱਕ ਕਹਿ ਦਿੱਤਾ ਗੁਰਦੁਆਰੇ ਦੇ ਸਪੀਕਰ 'ਚ ਆ ਕੇ। ਉਹ ਤਾਂ ਇੱਕ ਜ਼ਮੀਨ ਮਾਫੀਆ ਦਾ ਸਰਗਣਾ ਹੈ। ਤੇ ਗੈਂਗਸਟਰ ਜਿਹੜੇ ਲੋਕ ਫੜਨ ਜਾਂਦੇ ਨੇ ਪੱਛਮੀ ਮਾਲ ਜਾਂ ਉਧਰੋਂ ਬਾਹਰੋਂ ਤੇ ਫੜਨ ਜਾਂਦੇ ਨੇ, ਇੱਥੋਂ ਵਾਲੇ ਗੈਂਗਸਟਰਾਂ ਨੂੰ ਤੇ ਪੁਲਿਸ ਵੀ ਤੇ ਪੰਜਾਬ ਸਰਕਾਰ ਵੀ ਤੇ ਕੇਂਦਰ ਸਰਕਾਰ ਆਪ ਪਾਲ ਰਹੀ ਆ। ਇਹਨਾਂ ਨੂੰ ਕਿਹੜਾ ਪੜੂਗਾ? ਅਸੀਂ ਤਾਂ ਤਲੀ ਤੇ ਰੱਖ ਕੇ ਫਿਰ ਰਹੇ ਹਾਂ। ਹੁਣ ਮੇਰੇ ਨਾਲ ਕੋਈ ਬਾਡੀਗਾਰਡ ਨਹੀਂ, ਮੇਰਾ ਕੋਈ ਲਾਇਸੈਂਸ ਨਹੀਂ, ਜਿਸ ਤਰ੍ਹਾਂ ਮੈਨੂੰ ਧਮਕੀਆਂ ਮਿਲਦੀਆਂ ਨੇ ਤੇ ਇਸੇ ਤਰ੍ਹਾਂ ਹੀ ਚੱਲਦੇ ਆ। ਤੁਹਾਡੇ ਸਾਹਮਣੇ ਆ ਇੱਥੇ ਅਜੇ ਇਨਸਾਫ। ਪਰ ਇੱਕ ਗੱਲ ਮੈਂ ਬੀਬਾ ਜੀ ਤੁਹਾਨੂੰ ਦੱਸ ਦੇਵਾਂ ਕਿ ਹੁਣ ਹਾਲਾਤ ਬਦਲ ਰਹੇ ਨੇ। ਜਿਸ ਤਰ੍ਹਾਂ ਮੋਦੀ ਦੇ ਸਾਹਮਣੇ ਕੋਈ ਬੋਲ ਨਹੀਂ ਸੀ ਸਕਦਾ, ਅੱਜ ਬੈਠੇ ਨਾ 4 ਸਵੇਰੇ ਘੇਰਿਆ ਨਾ ਮੋਦੀ ਨੂੰ। ਕਿਸਾਨ ਅੰਦੋਲਨ ਨੇ ਰਾਜਨੀਤਿਕ ਲੋਕਾਂ ਨੂੰ ਰਾਜਨੀਤੀ ਕਰਨੀ ਸਿਖਾਤੀ ਆ। ਐਸੇ ਹੀ ਏਰੀਏ ਦੇ ਵਿੱਚ ਇੱਕ TV ਚੈਨਲ ਵਾਲਾ ਜਿਹੜਾ ਸੀ ਉਹ ਰਿਪੋਰਟ ਕਰਨ ਵਾਸਤੇ ਆਇਆ। ਉਹਦੀ ਜਿਹੜੀ ਹਾਲਤ ਹੋਈ ਉਹਨੂੰ ਪਤਾ ਹੈ। ਤੇ ਅੱਜ ਇੱਥੇ ਉਧਰ ਡੇਰਾ ਇਹਨਾਂ ਦਾ, ਇੱਥੇ ਬੈਠਾ ਮੈਂ ਜਿਹੜਾ ਇਹਨਾਂ ਦੇ ਸਾਰੇ ਪਰਦੇ ਫਾਸ ਕਰ ਰਿਹਾ। ਨਗਰ ਵਾਲੇ ਸਾਰੇ ਜਿਹੜੇ ਨੇ ਹੁਣ ਇਹਨਾਂ ਦੇ ਡਰ ਵੀ ਲੈ ਗਏ
ਵੀ ਜੇ ਇਕੱਲਾ ਸਰਸਾ ਤੁਰਿਆ ਫਿਰਦਾ ਉਹਨੂੰ ਕੁਝ ਨਹੀਂ ਹੁੰਦਾ, ਤੇ ਅਸੀਂ ਤਾਂ ਨਗਰ ਵਾਲੇ ਆ, ਇੱਥੋਂ ਦੇ ਮਾਲਕ ਆ, ਸਾਨੂੰ ਇਹ ਕੀ ਕਰ ਲੇਗਾ, ਸੱਚ ਬੋਲਦੇ ਆ। ਸੋ ਹੁਣ ਉਹ ਸਮਾਂ ਜਾ ਰਿਹਾ ਹੈ ਤੇ ਆਏਗਾ, ਸਾਨੂੰ ਭਰੋਸਾ ਅਕਾਲ ਪੁਰਖ ਤੇ। ਜਿਸ ਗੁਰੂ ਗ੍ਰੰਥ ਸਾਹਿਬ ਨੂੰ ਲੋਕ ਸਿਜਦਾ ਕਰਦੇ ਆ, ਅੱਜ ਉਹ ਜਗ੍ਹਾ ਢਾਈ ਜਾ ਰਹੀ ਆ, ਤੇ ਅਸੀਂ ਇਹਦੀ ਆਵਾਜ਼ ਆਪਣੀ ਜ਼ਿੰਮੇਵਾਰੀ ਸਮਝ ਕੇ ਲੋਕਾਂ ਤੱਕ ਪਹੁੰਚਾ ਰਹੇ ਹਾਂ, ਤੇ ਫਿਰ ਸਾਨੂੰ ਪੂਰਨ ਭਰੋਸਾ ਹੈ ਕਿ ਜਿੱਤ ਜਿਹੜੀ ਆ ਉਹ ਸੱਚ ਦੀ ਹੋ। ਤੁਹਾਡੇ ਨਾਲ ਕੋਈ ਇਹੋ ਜਿਹਾ ਚਾਂਸ ਹੋਇਆ ਸੀਗਾ ਇੱਥੇ ਵੀ ਬੱਸ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਹਾਂਜੀ ਹਾਂਜੀ ਹੋਇਆ ਸੀ, 4-5 ਸਾਲ ਪਹਿਲੋਂ ਕੀਤਾ ਗਿਆ। ਇਹਨਾਂ ਦੇ ਡੇਰੇ ਵੱਲੋਂ ਬੱਸ ਆਈ ਸੀ, ਅਸੀਂ 10-11 ਮੁੰਡੇ ਇਕੱਠੇ ਸੜਕ ਤੇ, ਉਹਦੇ ਉੱਤੇ ਡਰਾਈਵਰ ਨੇ ਮਤਲਬ ਬਾਅਦ ਜਦੋਂ ਅਸੀਂ ਫੜਿਆ ਡਰਾਈਵਰ ਨੂੰ ਵੇਖਿਆ ਤੇ ਸ਼ਰਾਬ ਪੀਤੀ ਹੋਈ ਸੀ, ਉਹਨੇ ਮਾਰ ਦੇਣ ਲੱਗਾ ਸੀ ਸਾਨੂੰ। ਯਾਨੀ ਕਿ ਸ਼ਰਾਬ ਪੀਤੀ ਦੇ ਵਿੱਚ ਮਾਰ ਦੇਣ ਲੱਗਾ ਸੀ ਜਾਂ ਜਾਣਬੁੱਝ ਕੇ? ਸ਼ਰਾਬ ਪੀਤੀ ਸੀ। ਉਹਨੂੰ ਜਦੋਂ ਪੁੱਛਿਆ ਗਿਆ ਤੇ ਉਹ ਇੱਥੇ ਰਿਪੋਰਟ ਲਿਖਾਈ ਗਈ ਤੇ ਕਹਿੰਦੇ ਚੋਰੀ ਕਰਕੇ ਲਿਆਇਆ, ਬਸ ਇੱਦਾਂ ਉੱਦਾਂ ਕਹਿ ਦਿੱਤਾ ਗਿਆ। ਬਾਅਦ 'ਚ ਪਤਾ ਲੱਗਾ ਸੀ ਕਿ ਜਾਣਬੁੱਝ ਕੇ ਮਤਲਬ ਹਮਲਾ ਕੀਤਾ ਗਿਆ। ਸੋ ਘਟਨਾਵਾਂ ਜਿਹੜੀਆਂ ਨੇ ਪਿੰਡ ਵਾਸੀਆਂ ਦੇ ਨਾਲ ਬਹੁਤ ਬੁਰੇ ਤਰੀਕੇ ਦੇ ਨਾਲ ਕੀਤੀਆਂ ਗਈਆਂ। 4-5 ਸਾਲ ਪਹਿਲਾਂ ਦੀ ਗੱਲ ਵੀ ਨੌਜਵਾਨ ਦੱਸ ਰਹੇ ਨੇ। ਸੱਚਾਈ ਕੀ ਆ, ਹਾਲਾਂਕਿ ਇਹ ਤਾਂ ਪੁਲਿਸ ਦਾ ਕੰਮ ਹੈ ਇਸ ਬਾਰੇ ਪਤਾ ਲਾਉਣਾ ਕਿ ਇਹ ਰਿਐਲਿਟੀ ਕੀ ਸੀਗੀ, ਪਰੰਤੂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਗੱਲ ਵੱਲ ਜੇ ਅਸੀਂ ਦੁਬਾਰਾ ਫਿਰ ਤੋਂ ਆਉਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਿਲਕੁਲ ਠੀਕ ਠਾਕ ਹੈ, ਦਰੁਸਤ ਹੈ, ਔਰ ਇੱਕ ਕੋਠੇ ਦੀ ਜਗ੍ਹਾ ਤੇ ਪੂਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਹੈ ਵਿਦ ਹਾਲ ਬਣੀ ਹੋਈ ਹੈ, ਔਰ ਇੱਥੇ ਸੰਗਤਾਂ ਨਤਮਸਤਕ ਹੋਣ ਦੇ ਲਈ ਸਵੇਰੇ ਸ਼ਾਮ ਆਉਂਦੀਆਂ ਨੇ। ਗ੍ਰੰਥੀ ਸਿੰਘ ਦੇ ਦੁਆਰਾ ਜਿਹੜੀ ਇੱਥੇ ਸੇਵਾ ਸੰਭਾਲ ਕੀਤੀ ਜਾਂਦੀ ਹੈ, ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਤਾਂ ਉਮਰ ਇੱਥੇ ਸੇਵਾ ਸੰਭਾਲ ਕਰਦੇ ਰਹਿਣਗੇ, ਔਰ ਪਿੰਡ ਵਾਸੀ ਜਿਹੜਾ ਹੈ ਉਹਨਾਂ ਦਾ ਸਾਥ ਦੇਣ ਦੇ ਲਈ ਤਿਆਰ ਨੇ, ਉਹਨਾਂ ਦੀ ਹਰ ਜ਼ਰੂਰਤ ਜਿਹੜੀ ਆ ਉਹ ਪੂਰੀ ਕਰਨ ਦੇ ਲਈ ਤਿਆਰ ਹੈਗੇ। ਅਸੀਂ ਇੱਥੇ ਗ੍ਰੰਥੀ ਸਿੰਘ ਦੇ ਘਰ ਦੀ ਛੱਤ ਦੇ ਉੱਪਰ ਖੜੇ ਹਾਂ ਤੇ ਬਲਦੇਵ ਸਿੰਘ ਸਿਰਸਾ ਜੀ ਇੱਥੇ ਕੁਝ ਦਿਖਾਉਣਾ ਚਾਹੁੰਦੇ ਨੇ, ਸੋ ਗੱਲਬਾਤ ਕਰਦੇ ਹਾਂ ਕਿ ਉਹ ਸਾਨੂੰ ਇੱਥੇ ਕੀ ਦਿਖਾਉਣਾ ਚਾਹੁੰਦੇ ਨੇ। ਹਾਂਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਆਹ ਜਿਹੜੀ ਸਾਹਮਣੇ ਜਿਹੜੇ ਸ਼ੈੱਡ ਬਣੇ ਨੇ, ਇਹ ਸਾਰੀ ਜਿਹੜੀ ਵੜੈਚ ਪਿੰਡ ਦੀ ਪੰਚਾਇਤੀ ਜ਼ਮੀਨ ਹੈ, ਇਹ ਉਹਦੇ 'ਚ ਬਣੇ ਹੋਏ। ਜਿਹੜੀ 80 ਏਕੜ ਜ਼ਮੀਨ ਹੈ, ਇਹ 5 ਲੱਖ ਰੁਪਏ ਕਿੱਲੇ ਨੂੰ ਜਿਹੜੀ ਸੀ ਇਹ ਲੈ ਰਹੇ ਸੀ, ਜਿਹਨੂੰ ਮੈਂ ਹਾਈ ਕੋਰਟ 'ਚ ਪਹੁੰਚ ਕਰਕੇ ਤੇ ਬਚਾਇਆ। ਆਹ ਜਿਹੜੇ ਪਲਾਟ ਨੇ ਇਹ ਸਾਰੇ ਦੇ ਸਾਰੇ ਇੱਥੇ ਲੋਕ ਵੱਸਦੇ ਸੀ। ਇਹ ਵੱਸਦੇ ਲੋਕਾਂ ਨੂੰ ਇੱਥੋਂ ਜਿਹੜਾ ਸੀ ਕਿਸੇ ਨੂੰ ਕਿੱਦਾਂ ਵੀ ਜਦੋਂ ਆ ਇੱਧਰ 30-30 ਫੁੱਟ ਥੱਲਿਓਂ ਮਿੱਟੀ ਕੱਢ ਦਿੱਤੀ। ਆਹ ਗੁਰਦੁਆਰਾ ਵੀ ਜਿਹੜਾ ਇਹ ਉਦੋਂ ਢਹਿ ਚੱਲਿਆ ਸੀ। ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਵਾਲੇ ਪਾਸੇ ਤੋਂ ਮਿੱਟੀ ਕੱਢੀ ਹੋਈ ਹੈ। ਆਹ ਸਾਰੀ 30 ਫੁੱਟ ਜਿਹੜੀ ਮਿੱਟੀ ਕੱਢੀ ਹੋਈ ਹੈ ਇਹ ਡੇਰੇ ਵਾਲਿਆਂ ਨੇ ਕੱਢੀ ਆ। ਇਹ ਜਿਹੜੀ ਆ ਬਾਉਂਡਰੀ ਕੀਤੀ ਹੈ ਤੋਂ ਬੈਕ ਸਾਈਡ ਤੇ ਕੁਝ ਵੀ ਨਹੀਂ ਆ। ਤੇ ਇਹ ਜਿਹੜੀ ਬਾਉਂਡਰੀ ਕੀਤੀ ਹੈ ਜੀ ਬਾਅਦ ਚ ਕੀਤੀ ਆ। ਜਦੋਂ ਰੌਲਾ ਪਿਆ ਸੀ, ਜਦੋਂ 2011-12 ਦੇ ਵਿੱਚ ਜਦੋਂ ਗੁਰਦੁਆਰੇ ਦਾ ਰੌਲਾ ਪਿਆ, ਜਦੋਂ ਇੱਥੇ ਸਿੱਖ ਸਮਾਜ ਸਾਰਾ ਇਕੱਠਾ ਹੋਇਆ, ਉਦੋਂ ਇੱਥੇ ਕੋਈ ਬਾਉਂਡਰੀ ਨਹੀਂ ਸੀ। ਇੱਥੋਂ JCP ਨੇ ਸਾਰੇ ਕੱਢੇ ਤੇ ਇੱਥੋਂ ਰੁੜ ਗਿਆ ਸੀ। ਫਿਰ ਇਹਨਾਂ ਨੇ ਲੋਕਾਂ ਦੇ ਦਬਾਅ ਦੇ ਕਾਰਨ ਜਿਹੜਾ ਸੀ ਆ ਜਿਹੜੀ ਸੀ ਆ ਇੱਟਾਂ ਲੱਗੀਆਂ ਨੇ ਤੇ ਇਹ ਸਾਰਾ ਕੁਝ ਹੈ। ਇਹ ਸਰਦਾਰ ਰਣਜੀਤ ਸਿੰਘ ਪ੍ਰੈਸ ਰਿਪੋਰਟਰ ਨੇ, ਇਹਨਾਂ ਨੇ ਵੀ ਸਾਰਾ ਕੁਝ ਵੇਖਿਆ ਸੀ ਇੱਥੇ ਉਦੋਂ। ਜੇ ਜ਼ਿਆਦਾ ਬਾਰਿਸ਼ ਹੋਵੇ ਤਾਂ ਇਹ ਖਿਸਕ ਵੀ ਸਕਦੀ ਹੈ ਜ਼ਮੀਨ। ਬਿਲਕੁਲ ਜੀ, ਇਹ ਜ਼ਮੀਨ ਖਿਸਕ ਸਕਦੀ ਆ ਤੇ ਤਾਂ ਹੀ ਹੁਣ ਜਿਹੜਾ ਇੱਥੋਂ ਪਾਣੀ ਦਾ ਜਿਹੜਾ ਨਿਕਾਸ ਸੀ ਅਸੀਂ ਉਧਰੋਂ ਦੀ ਜਿਹੜਾ ਨਾਲੇ ਜਿਹੜੇ ਬਣਾਏ ਨੇ, ਆ ਸਾਰੀਆਂ ਜ਼ਮੀਨਾਂ ਮਕਾਨ ਇੱਥੇ ਉਹ ਵੇਖੋ ਨਾ ਮਲਬਾ ਪਿਆ, ਉਹ ਸਾਰੇ ਇਸੇ ਤਰ੍ਹਾਂ ਇਹ ਮਲਬੇ ਜਿਹੜੇ ਨੇ ਮਕਾਨ ਲੋਕਾਂ ਤੋਂ ਖਰੀਦ ਲੈਂਦੇ ਨੇ ਲੋਕ। ਇਹ ਵੀ ਇੱਕ ਸਾਹਮਣੇ ਦਿਖਾਈ ਦੇ ਰਿਹਾ ਬਿਲਕੁਲ ਵੀਰਾਨ ਹੋ ਚੁੱਕਿਆ ਘਰ, ਢਾਇਆ ਜਾ ਰਿਹਾ ਜਿਹੜਾ। ਹਾਂਜੀ ਹਾਂਜੀ, ਆ ਸਾਰਾ ਇੱਧਰ ਵੇਖੋ ਨਾ, ਆ ਤੁਸੀਂ ਐਨੂੰ ਵੇਖੋ ਇੱਧਰ ਨੂੰ, ਆ ਜਿਹੜਾ ਉਹ ਸਾਹਮਣੇ ਵੇਖੋ ਵੀਰਾਨ ਹੋਏ ਨੇ ਮਕਾਨ ਢੱਠੇ ਨੇ। ਜਦੋਂ ਮੈਂ ਪਹਿਲਾਂ ਆਇਆ ਸਾਂ ਉਹ ਜਿੱਥੇ ਮੱਝਾਂ ਵੱਜੀਆਂ ਨੇ, ਉਹ ਜਿਹੜੀ ਦੀਵਾਰ ਹੈ ਉਹਦੇ ਥੱਲਿਓਂ 30-30 ਫੁੱਟ ਮਿੱਟੀ ਜਿਹੜੀ ਉਹ ਕੱਢੀ ਹੋਈ ਆ। ਉਹ ਡਰਦੇ ਸੀ ਉਦੋਂ ਵੀ ਅਸੀਂ ਹੁਣ ਜਾਵਾਂਗੇ ਕਿੱਥੇ। ਫਿਰ ਉਹਨਾਂ ਨੇ ਮਜਬੂਰ ਹੋ ਕੇ ਉਹ ਜਿਹੜੇ ਸੀ ਆਪਣੇ ਮਕਾਨ ਵੇਚੇ ਆ। ਉਸ ਜਗ੍ਹਾ ਤੇ ਉਹ ਜਿਹੜਾ ਮਕਾਨ ਹੈ ਉੱਥੇ ਮੈਂ ਸ੍ਰੀ ਧਰਮਵੀਰ ਗਾਂਧੀ ਜੀ ਜਿਹੜੇ ਮੈਂਬਰ ਪਾਰਲੀਮੈਂਟ ਸਨ, ਉਹਨਾਂ ਨੂੰ ਇੱਥੇ ਲਿਆਂਦਾ ਸੀ 2015 ਦੇ ਵਿੱਚ। ਉਹ ਇੱਥੇ ਸਾਰਾ ਵੇਖ ਕੇ ਗਿਆ ਸੀ। ਮੁੜ ਕੇ ਉਹਨਾਂ ਨੇ ਸਾਡੀ ਸ੍ਰੀ ਰਾਜਨਾਥ ਜੀ ਨਾਲ, ਗ੍ਰਹਿ ਮੰਤਰੀ ਦੇ ਨਾਲ ਸਾਡੀ ਮੀਟਿੰਗ ਕਰਾਈ ਸੀ। ਇਹ ਸਾਰਾ ਦੱਸਿਆ। ਇਸ ਤਰ੍ਹਾਂ ਇਹ 30-30 ਫੁੱਟ ਜਦੋਂ ਇਹ ਕੀ ਕਰਦੇ ਨੇ ਕਿ ਇੱਕ ਦਾ ਮਕਾਨ ਖਰੀਦ ਲਿਆ, ਉਹ 'ਚੋਂ 30 ਫੁੱਟ ਮਿੱਟੀ ਕੱਢਤੀ, ਜਿਹੜਾ ਗਵਾਂਢੀ ਆ ਉਹ ਡਿੱਗਦਾ, ਉਹਦਾ ਮਕਾਨ ਤਾਂ ਡਿੱਗੇਗਾ। ਇਸ ਕਰਕੇ ਮਜਬੂਰ ਹੋ ਕੇ ਫਿਰ ਉਹ ਇਹਨਾਂ ਨੂੰ ਵੇਚਣ ਵਾਸਤੇ ਮਜਬੂਰ ਹੁੰਦਾ। ਇਹਨਾਂ ਨੇ ਪਿੰਡ ਦੇ ਵਿੱਚ ਵੀ ਆ ਕਈ ਥਾਵਾਂ ਤੇ ਜਿਹੜੇ ਨੇ ਉਹ ਮਕਾਨ ਲੈ ਲਏ ਨੇ ਤੇ ਉੱਥੋਂ ਇੱਟਾਂ ਦੇੜ ਕੇ ਲੈ ਗਏ ਆ। ਇੱਟਾਂ ਦੇੜ ਨਾਲ ਜਿਹੜੀਆਂ ਪੌੜੀਆਂ ਸੀ ਉਹ ਛੱਡ ਦਿੱਤੀਆਂ ਤਾਂ ਕਿ ਜਿਹੜੇ ਇੱਥੇ ਵੱਸਦੇ ਲੋਕ ਨੇ ਜਿਹਨੇ ਮਕਾਨ ਨਹੀਂ ਦਿੱਤਾ, ਉਹ ਜਿਹੜਾ ਸੁੰਨਾ ਮਕਾਨ ਹੈ ਜਿੱਥੇ ਪੌੜੀਆਂ ਨੇ ਤੇ ਉਹ ਪੌੜੀਆਂ ਥਾਣੀ ਚੜ੍ਹ ਕੇ ਤੇ ਉੱਤੋਂ ਜਿਹੜਾ ਉਹ ਦੂਸਰੇ ਦੇ ਘਰ 'ਚ ਚੋਰੀ ਕਰੇ ਜਾਂ ਕੁਝ ਵੀ ਕਰੇ, ਕੋਈ ਸ਼ਰਾਰਤ ਕਰ ਸਕਦਾ ਹੈ। ਇਸ ਕਰਕੇ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਜਿਹੜਾ ਉਹ ਇਹਨਾਂ ਜ਼ਮੀਨਾਂ ਦੇ ਉੱਤੇ ਇਹ ਨਜਾਇਜ਼ ਜਿਹੜੇ ਕਬਜ਼ੇ ਆ ਇਹਨਾਂ ਲੋਕਾਂ ਨੇ। ਤੇ ਆਹ ਦਰਿਆ ਜਿਹੜਾ ਆ ਸਾਰਾ ਇੱਥੇ ਬਿਆਸ ਦਰਿਆ ਸੀ, ਇੱਥੇ ਸਾਰਾ ਵਗਦਾ। ਆ ਸਾਰਾ ਆ ਜਿੰਨਾ ਹੈ
ਇੱਥੇ ਦਰਿਆ ਬਿਆਸ ਇੱਥੋਂ ਚੱਲਦਾ ਜਿਹੜਾ ਗਿਆ ਸੀ ਤੇ ਮੁੜ ਕੇ ਫਿਰ ਇਹਨਾਂ ਨੇ ਇਧਰੋਂ ਜ਼ਮੀਨਾਂ ਜਿਹੜੀਆਂ ਸੀ ਮਿੱਟੀਆਂ ਚੁੱਕ ਚੁੱਕ ਕੇ ਉਧਰੋਂ ਲਿਆ ਕੇ ਤਾਂ ਇੱਥੋਂ ਹੁਣ 7-8 ਕਿਲੋਮੀਟਰ 10 ਕਿਲੋਮੀਟਰ ਜਿਹੜਾ ਦਰਿਆ ਆ ਉਹ ਪਰੇ ਚਲੇ ਗਿਆ। ਬਹੁਤ ਇੱਥੇ ਤੇ ਇਹਨਾਂ ਨੇ ਇਹ ਜ਼ਮੀਨ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਆ ਮੁਖੀ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ, ਇਹ ਜ਼ਮੀਨ ਮਾਫੀਆ ਦਾ ਇੱਕ ਬਹੁਤ ਵੱਡਾ ਸਰਗਣ ਹੈ ਔਰ ਜਿਹਦੇ ਅੱਗੇ ਕੋਈ ਵੀ ਦਰਿਆ ਦੀ ਜ਼ਮੀਨ ਹੈ, ਸਰਕਾਰੀ ਜ਼ਮੀਨ ਹੈ, ਉਹਦੇ ਤੇ ਕਿਸੇ ਦਾ ਵੀ ਹੱਕ ਨਹੀਂ ਹੁੰਦਾ। ਕੀ ਸਰਕਾਰ ਇੱਥੇ ਕੋਈ ਇੰਟਰਫੇਅਰ ਨਹੀਂ ਕਰਦੀ? ਮੈਂ ਹਾਈ ਕੋਰਟ ਤੱਕ ਪਹੁੰਚਾ ਔਰ ਹਾਈ ਕੋਰਟ ਦੇ ਵਿੱਚ ਵੀ ਮੈਂ ਇਹ ਕਹਿ ਸਕਦਾ ਹਾਂ ਕਿ ਪਹਿਲੀ ਗੱਲ ਤਾਂ ਵੀ ਉੱਥੋਂ ਇਨਸਾਫ ਬੜਾ ਔਖਾ ਮਿਲਦਾ ਤੇ ਮੈਂ ਆਹ ਪਿੰਡ ਦੀ ਜ਼ਮੀਨ ਬਚਾਈ ਆ, ਨਿਲਾਮੀ ਹੁਣ ਤੋਂ ਤਾਂ ਰੋਕ ਲਈ, ਨਿਲਾਮੀ ਤੇ ਸਰਕਾਰ ਨੇ ਕੈਂਸਲ ਕਰ ਦਿੱਤੀ ਜਦੋਂ ਦਬਾਅ ਪਿਆ। ਲੇਕਿਨ ਮਾਈਨਿੰਗ ਇੱਥੇ ਸ਼ਰੇਆਮ ਦਰਿਆ ਦੇ ਵਿੱਚੋਂ ਰੇਤਾ, ਦਰਿਆ ਦਾ ਇਹਨਾਂ ਨੇ ਜਿਹੜਾ ਉਰਲੇ ਪਾਸੇ ਬੰਨ ਸੀ ਪਹਿਲਾਂ ਇੱਕ ਉਹ ਬੰਨ ਢਾਹ ਕੇ ਤੇ ਇੱਕ ਬੰਨ ਪਰੇ ਬਣਾਇਆ। ਉਹ ਬੰਨ ਵੀ ਜਿਹੜਾ ਮੈਂ ਕੀਤਾ, ਮਾਈਨਿੰਗ ਵਾਲੇ ਤੇ ਇਹਨਾਂ ਦੀ ਹਾਜ਼ਰੀ ਭਰਦੇ ਆ, ਮਨਿਸਟਰ ਇਹਨਾਂ ਦੀ ਹਾਜ਼ਰੀ ਭਰਦੇ ਆ। ਇਹਨਾਂ ਨੇ ਦਰਿਆ ਦਾ ਕੁਦਰਤੀ ਵਹਾਅ ਜਿਹੜਾ ਹੈ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਕੋਈ ਦਰਿਆ ਦਾ ਵਹਾਅ ਨਹੀਂ ਬਦਲ ਸਕਦਾ, ਇਹਨਾਂ ਨੇ ਤਾਂ ਦਰਿਆ ਦਾ ਵਹਾਅ ਵੀ ਬਦਲਤਾ। ਢਿਲਵਾਂ ਮੰਡ ਬਤਾਲਾ ਉਧਰ ਦੀ ਜਿਹੜੀ ਕਪੂਰਥਲੇ ਦੀ ਜ਼ਮੀਨ ਹੈ ਜਿਹੜੀ ਉਹ ਸਾਰੀ ਦੀ ਸਾਰੀ ਉਧਰੋਂ ਹਜ਼ਾਰਾਂ ਏਕੜ ਜਿਹੜੀ ਆ ਰੁੜ ਗਈ ਆ। ਇੱਥੋਂ ਦੂਰ ਤੱਕ ਵੀ ਜੇ ਅਸੀਂ ਨਿਗਾਹ ਮਾਰਦੇ ਹਾਂ ਤਾਂ ਮੈਨੂੰ ਦਰਿਆ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜੇ ਦਰਿਆ ਦਾ ਪਾਣੀ ਕਿੱਥੋਂ ਤੱਕ ਆਉਂਦਾ ਸੀਗਾ ਤਾਂ ਅੱਜ ਕੀ ਕਾਰਨ ਰਿਹਾ ਹੈ ਕਿ ਇੱਥੇ ਦਰਿਆ ਦਿਸਦਾ ਹੀ ਨਹੀਂ? ਉਹ ਜਿਹੜੇ ਤੁਹਾਨੂੰ ਪਾਰ ਪਿੰਡ ਦਿਸ ਰਹੇ ਨੇ ਉਹ ਚਿੱਟੇ ਚਿੱਟੇ, ਉਹ ਕਪੂਰਥਲਾ ਜ਼ਿਲ੍ਹੇ 'ਚ ਨੇ ਤੇ ਉਹ ਜਿਹੜਾ ਸਫੈਦਾ ਇੱਥੇ ਇਹਨਾਂ ਨੇ ਇੱਕ ਬੰਨ ਜਿਹੜਾ ਬਹੁਤ ਮਜ਼ਬੂਤ ਬੰਨ ਜਿਹੜਾ ਕਿ ਥੱਲਿਓਂ ਇਹਨਾਂ ਨੇ ਵਿਦੇਸ਼ੀ ਮਸ਼ੀਨਾਂ ਇੱਥੇ ਲਿਆ ਕੇ ਜਿਨ੍ਹਾਂ ਨਾਲ ਰੇਤਾ ਕੱਢ ਕੇ ਤੇ ਉਹ ਥੱਲੇ ਇਹਨਾਂ ਨੇ ਬੰਨ ਆਪਣੀ ਮਰਜ਼ੀ ਨਾਲ ਬਣਾਇਆ। ਮੈਂ ਆਰਟੀਆਈ 'ਚ ਜਾਣਕਾਰੀ ਲਈ ਸੀ ਕਿ ਇਹ ਜਿਹੜਾ ਮੌਕੇ ਤੇ ਬੰਨ ਬਣਿਆ ਇਹ ਜ਼ਮੀਨ ਅਕਵਾਇਰ ਜਿਹੜੀ ਸੀ ਉਹ ਕਿੰਨਾ ਮਾਲਕਾਂ ਦੀ ਜ਼ਮੀਨ ਅਕਵਾਇਰ ਕੀਤੀ, ਉੱਥੇ ਕਿੰਨਾ ਖਰਚ ਲੱਗਾ ਔਰ ਜਿਹੜਾ ਇਹ ਬੰਨ ਬਣਾਇਆ ਸਰਕਾਰ ਨੇ ਤੇ ਇੱਥੇ ਖਰਚ ਕਿੰਨਾ ਆਇਆ, ਟੈਂਡਰਾਂ ਦੀ ਕਾਪੀ ਮੰਗੀ ਤੇ ਉਹ 'ਚ ਮੈਨੂੰ 2 ਲਾਈਨਾਂ ਦੇ ਵਿੱਚ ਜਵਾਬ ਮਿਲਿਆ ਸੀ ਵੀ ਨਾ ਤਾਂ ਅਸੀਂ ਇਹ ਜ਼ਮੀਨ ਅਕਵਾਇਰ ਕੀਤੀ ਆ, ਨਾ ਇਹਦਾ ਕੋਈ ਅਸੀਂ ਐਸਟੀਮੇਟ ਬਣਾਇਆ, ਨਾ ਅਸੀਂ ਕੋਈ ਟੈਂਡਰ ਕੀਤਾ ਤੇ ਨਾ ਹੀ ਅਸੀਂ ਇਹ ਬੰਨ ਬਣਾਇਆ। ਇਹ ਬੰਨ ਪ੍ਰਾਈਵੇਟ ਹੈ, ਸੋ ਇਹ ਪ੍ਰਾਈਵੇਟ ਇਹਨਾਂ ਨੇ ਬੰਨ ਬਣਾ ਕੇ ਜਿਹੜਾ ਸੀ ਉਹ ਜੇ ਬੰਨ ਪ੍ਰਾਈਵੇਟ ਹੈ ਤੇ ਫਿਰ ਸਰਕਾਰ ਨੇ ਇਹਦਾ ਐਕਸ਼ਨ ਕਿਉਂ ਨਹੀਂ ਲਿਆ? ਕੀ ਕਾਰਨ ਰਿਹਾ? ਸਰਕਾਰ ਇਹਨਾਂ ਦੀ ਦਬੀਲ ਹੈ, ਜਿਹੜੀ ਵੀ ਰਾਜਨੀਤਿਕ ਪਾਰਟੀ ਕੋਈ ਵੀ ਸੱਤਾ ਚਾਹੁੰਦੀ ਆ ਉਹ ਸਾਰੇ ਦੇ ਸਾਰੇ ਡੇਰੇ 'ਚ ਆ ਕੇ ਹਾਜ਼ਰੀ ਭਰਦੇ ਆ। ਹੁਣ ਕੈਪਟਨ ਹਾਜ਼ਰੀ ਭਰਦਾ, ਪਹਿਲਾਂ ਬਾਦਲ ਭਰਦਾ ਸੀ ਤੇ ਇਸੇ ਤਰ੍ਹਾਂ ਜਿਨ੍ਹਾਂ ਵੀ ਆਉਂਦੇ ਨੇ ਇੱਥੇ ਤੇ ਤੁਹਾਨੂੰ ਪਤਾ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਆਇਆ ਸੀ ਤੇ ਉਹ ਵੀ ਡੇਰੇ 'ਚ ਹਾਜ਼ਰੀ ਭਰ ਕੇ ਗਿਆ ਸੀ। ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹ ਖੁਦ ਇਸ ਤਰ੍ਹਾਂ ਦੇ ਡੇਰਿਆਂ ਨੂੰ ਜਿਹੜਾ ਉਹ ਆਪ ਜਿਹੜਾ ਉਹ ਪ੍ਰਮੋਟ ਕਰਦੇ ਆ ਤਾਂ ਕਿ ਇਹਨਾਂ ਦੇ ਡੇਰੇ ਤੇ ਆਵਾਂਗੇ ਨਾਲੇ ਤਾਂ ਨੋਟਾਂ ਦੀਆਂ ਬੋਰੀਆਂ ਮਿਲਣਗੀਆਂ ਤੇ ਜਿਹੜੇ ਉੱਥੋਂ ਦੇ ਉਹਨਾਂ ਦੇ ਚੇਲੇ ਚਪਟੇ ਹੁੰਦੇ ਆ ਉਹ ਉਹਨਾਂ ਨੂੰ ਵੋਟਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਇੱਥੇ ਇਕੱਠੀਆਂ ਹੀ। ਇਸ ਕਰਕੇ ਰਾਜਨੀਤਿਕ ਧਿਰਾਂ ਜਿਨ੍ਹਾਂ ਨੂੰ ਬਚਾਉਣਾ ਚਾਹੀਦਾ ਸੀਗਾ ਲੋਕਾਂ ਨੂੰ ਜਾਂ ਸਰਕਾਰੀ ਜ਼ਮੀਨ ਨੂੰ, ਉਹ ਖੁਦ ਇੱਥੇ ਆਉਂਦੇ ਨੇ ਔਰ ਇਹਨਾਂ ਦੇ ਖਿਲਾਫ ਜਿੱਥੇ ਹੁਣ ਵੀ ਤਾਂ ਹੁਣ ਵੋਟਾਂ ਹੋ ਰਹੀਆਂ ਨੇ ਕਿ ਹੁਣ ਇਹ ਮੁੱਦਾ ਪਿੰਡ ਵਾਸੀ ਉਹਨਾਂ ਦੇ ਸਾਹਮਣੇ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਆ ਤਾਂ ਉਹ ਵੀ 100 ਦਿਨ ਦੇ ਲਈ 100 ਹਲਕਿਆਂ ਦਾ ਜਿਹੜਾ ਆ ਉਹ ਦੌਰਾ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਤਾਂ ਉਹ ਵੀ ਇਹਦੇ ਵਿੱਚ ਕਾਫੀ ਸਰਗਰਮ ਹੋਏ ਪਏ ਨੇ ਕਿ ਹੁਣ ਇਹ ਪਿੰਡ ਵਾਸੀ ਜਿਹੜੇ ਜਿੰਨੇ ਵੀ ਤੁਸੀਂ ਦੱਸ ਦਿਓ 8-10 ਹੁਣ ਇਕੱਠੇ ਹੋ ਕੇ ਨਾ ਵੋਟ ਪਾਉਣ ਦਾ ਜਾਂ ਉਹਨਾਂ ਨੂੰ ਸਰਕਾਰ ਨੂੰ ਕੁਝ ਕਹਿਣ ਦਾ ਇਹਨਾਂ ਦਾ ਕੋਈ ਹੈਗਾ ਪਲਾਨ? ਜੇਕਰ ਇਹ ਆਪ ਖੁਦ ਕਰ ਸਕਦੇ ਤਾਂ ਮੈਨੂੰ ਕਿਉਂ ਲਿਖ ਕੇ ਦਿੰਦੇ? ਨਹੀਂ, ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਵੀ ਹੁਣ ਪਾਰਟੀਆਂ ਨੇ ਹੁਣ ਆਉਣਾ ਹੈ। ਮੈਂ ਉਹੀ ਦੱਸ ਰਿਹਾ ਇਹ ਇੰਨੇ ਭੈ ਭੀਤ ਨੇ ਕਿ ਜੇ ਅਸੀਂ ਕਿਸੇ ਨੂੰ ਪੁੱਛ ਲਿਆ ਤੇ ਸਾਡੇ ਤੇ ਕੇਸ ਪਾ ਦੇਣਗੇ। ਇੱਥੇ ਤੇ ਇਹਨਾਂ ਨੂੰ ਪਰਸੋਂ ਤੋਂ ਧਮਕੀਆਂ ਮਿਲ ਰਹੀਆਂ ਨੇ ਭਈ ਤੁਸੀਂ ਬਲਦੇਵ ਸਿੰਘ ਸਰਸੇ ਨੂੰ ਬੁਲਾਇਆ ਇੱਥੇ ਤੇ ਹੁਣ ਤੁਸੀਂ ਵੇਖੋ ਤੁਹਾਡੇ ਨਾਲ ਬਣਦਾ ਕੀ ਆ। ਇੱਥੇ ਤਾਂ ਧਮਕੀਆਂ ਮਿਲਦੀਆਂ ਨੇ ਤੇ ਹਰ ਬੰਦਾ ਜਿਹੜਾ ਉਹਨਾਂ ਦੇ ਜਿਹੜੇ ਬਾਕੀ ਪਰਿਵਾਰ ਦੇ ਮੁਖੀ ਹੁੰਦੇ ਨੇ, ਘਰਾਂ 'ਚ ਔਰਤਾਂ ਹੁੰਦੀਆਂ ਨੇ ਭਈ ਤੁਸੀਂ ਇਹਦੇ ਨਾਲ ਨੇ ਤੇ ਪਤਾ ਨਹੀਂ ਕਿੰਨੇ ਕਤਲ ਕਰਵਾਤੇ ਇੱਥੇ, ਕੀ ਕੁਝ ਕਰਾਤਾ। ਇਹ ਕੋਈ ਇਨਕੁਆਰੀ ਜੇ ਕਿਤੇ ਮੈਂ ਕਹਾਂਗਾ ਵੀ ਇਹਦੀਆਂ ਇਨਕੁਆਰੀਆਂ ਕਿਤੇ CBI ਤੋਂ ਕਰਾਈਆਂ ਜਾਣ ਤੇ ਪਤਾ ਨਹੀਂ ਇੱਥੇ ਕੀ ਕੁਝ ਨਿਕਲੇਗਾ। ਸੋ ਇਹਨਾਂ ਲੋਕਾਂ ਤੋਂ ਆਮ ਬੰਦੇ ਡਰਦੇ ਆ, ਡਰਦੇ ਜਿਹੜਾ ਜੇ ਡਰਦੇ ਨਾ ਹੁੰਦੇ ਤੇ ਆਹ 80 ਏਕੜ ਜ਼ਮੀਨ ਜਿਹੜੀ ਆ ਜਿਹਦੇ ਵਿੱਚ ਇਹਨਾਂ ਨੇ ਝੰਗੀ ਦਰਖਤ ਲਿਖਿਆ ਤੇ ਆਹ ਸਾਰੇ ਵੇਖੋ ਸ਼ੈੱਡ ਬਣੇ ਹੋਏ ਨੇ, ਇਹ ਸਾਰੀ ਗ੍ਰਾਮ ਪੰਚਾਇਤ ਜਿਹੜੀ ਵੜੈਚ ਦੀ ਜ਼ਮੀਨ ਹੈ 80 ਏਕੜ ਜ਼ਮੀਨ ਹੈ ਤੇ ਇਹ ਛਡਾ ਨਾ ਲੈਂਦੇ। ਔਰ ਕੇਸ ਮੈਂ ਜਿੱਤਿਆ ਔਰ ਕੇਸ ਜਿੱਤਣ ਤੋਂ ਬਾਅਦ ਫਿਰ ਵੀ ਮੈਂ DC ਕੋਲ DDP ਕੋਲ ਉਹ ਫਰਜ਼ੀ ਇੱਕ ਬੋਲੀ ਕਰਦੇ ਨੇ, ਫਰਜ਼ੀ ਬੋਲੀ ਕਰਕੇ 3-4 ਹਜ਼ਾਰ ਰੁਪਏ ਕਿੱਲੇ ਨੂੰ ਜਿਹੜਾ ਉਹ ਫਰਜ਼ੀ ਬੋਲੀ ਕਰਕੇ ਤੇ ਇਹਨਾਂ ਨੂੰ ਜਿਹੜਾ ਦੇਈ ਜਾ ਰਹੇ ਨੇ।
ਜਿਹੜੀ ਇਹ ਜ਼ਮੀਨ ਖਰੀਦ ਯਾਨੀ ਰਹੇ ਕਿ ਇਹ ਜ਼ਮੀਨ ਪਿੰਡ ਵਾਸੀਆਂ ਦੀ ਹੈ ਤੇ ਇਹ ਪਿੰਡ ਵਾਸੀ ਜਿਹੜੀ ਉਹ ਵਾਈ ਨਹੀਂ ਕਰ ਸਕਦੇ ਕਿਉਂਕਿ ਇਹ ਹੁਣ ਡੇਰੇ ਨੇ ਆਪਣੇ ਅੰਡਰ ਕੀਤੀ ਹੋਈ ਤੇ ਸਿਰਫ 3-4 ਹਜ਼ਾਰ ਰੁਪਇਆ ਇੱਕ ਕਿੱਲੇ ਦਾ ਮਿਲਦਾ ਹੈ। ਉਹ ਜਿਹੜੀ ਪੰਚਾਇਤ ਉਹ ਵੀ ਉਹਨਾਂ ਦੀ ਆ, ਜੀ ਉਹ ਪੰਚਾਇਤ ਨੂੰ ਮਿਲਣੇ ਆ ਨਾ ਪੈਸੇ। ਪੰਚਾਇਤ ਉਹਨਾਂ ਦੀ ਕਿਵੇਂ? ਪੰਚਾਇਤ ਇੱਥੇ ਜਦੋਂ ਕੋਈ ਚੋਣ ਹੁੰਦੀ ਆ, ਇਲੈਕਸ਼ਨ ਆਉਂਦੀਆਂ ਨੇ ਜਦੋਂ ਪੰਚਾਇਤ ਦੀਆਂ, ਪੰਚਾਇਤ ਮੈਂਬਰ ਸਰਪੰਚ ਨੇ ਨੋਮੀਨੇਸ਼ਨ ਕਰਨੇ ਤੇ ਦੂਸਰੇ ਦੇ ਤੇ ਕਿਸੇ ਜ਼ਰੂਰਤ ਹੀ ਨਹੀਂ ਹੈਗੀ। ਪੁਲਿਸ ਆਉਂਦੀ ਆ, ਪੁਲਿਸ ਦੀ ਸਹਾਇਤਾ ਹੁੰਦੀ ਆ ਤੇ ਪ੍ਰਜਾਡੰਗ ਅਫਸਰ ਜਿਹੜੇ ਨੇ ਉਹ ਜਿੰਨੇ ਵੀ ਨੇ ਸਾਰੇ, ਉਹ ਜਦੋਂ ਕੋਈ ਦਰਖਾਸਤ ਦੂਸਰੇ ਦਿਨ ਦੀ ਕਿਸੇ ਜ਼ਰੂਰਤ ਨਹੀਂ, ਜੇ ਕੋਈ ਹੋਵੇ ਵੀ ਤਾਂ ਉਹਨਾਂ ਦੇ ਨੋਮੀਨੇਸ਼ਨ ਰੱਦ ਹੋ ਜਾਂਦੇ ਆ। ਪਹਿਲੀ ਗੱਲ ਉਹਨਾਂ ਨੂੰ ਅੰਦਰ ਨੋਮੀਨੇਸ਼ਨ ਹੀ ਨਹੀਂ ਕਰਨ ਦਿੰਦੇ। ਇੱਥੇ ਤਾਂ ਇਹਨਾਂ ਦਾ ਗੁੰਡਾ ਰਾਜ ਆ। ਮੈਂ ਤਾਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਗੁਰਿੰਦਰ ਸਿੰਘ ਢਿੱਲੋਂ ਧਾਰਮਿਕ ਮੁਖੀ ਨਹੀਂ, ਇੱਕ ਗੁੰਡਿਆਂ ਦਾ ਬਾਦਸ਼ਾਹ ਹੈ ਜਿਹਨੂੰ ਸਰਕਾਰ ਦੀ ਸਰਪ੍ਰਸਤੀ। ਸੋ ਯੂਪੀ ਦੇ ਹਾਲਾਤ ਸੁਣਦੇ ਸੀਗੇ ਜਾਂ ਹੋਰਨਾਂ ਸਟੇਟਾਂ ਦੇ ਅਸੀਂ ਹਾਲਾਤ ਸੁਣਦੇ ਸੀਗੇ ਵੀ ਜਿੱਥੇ ਇਹੋ ਜਿਹੇ ਦਿਖਾਈ ਦਿੰਦਾ ਸੀਗਾ ਕਿ ਲੋਕਾਂ ਦੇ ਹੱਕਾਂ ਦੇ ਉੱਪਰ ਜਿਹੜਾ ਸੀਗਾ ਡਾਕਾ ਮਾਰਿਆ ਜਾਂਦਾ ਸੀਗਾ, ਪਰੰਤੂ ਇੱਥੇ ਪਿੰਡ ਵਾਸੀ ਜਿਹੜੇ ਨੇ ਵੜੈਚ ਦੇ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ ਤਾਂ ਜਿੱਥੇ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਸੁਣੀ ਹੈ ਕਿ ਉਹਨਾਂ ਦਾ ਗੁਰਦੁਆਰਾ ਸਾਹਿਬ ਜ਼ਬਰਦਸਤੀ ਢਾਇਆ ਜਾ ਰਿਹਾ ਹੈ ਪਿੰਡ ਦੇ ਸਰਪੰਚ ਦੇ ਵੱਲੋਂ ਜਾਂ ਪਿੰਡ ਦੇ ਹੋਰ 1-2 ਬੰਦੇ ਜਿਨ੍ਹਾਂ ਦਾ ਨਾਮ ਇਹ ਲੈ ਰਹੇ ਨੇ ਵੀ ਉਹਨਾਂ ਵੱਲੋਂ ਲਿਖ ਕੇ ਦਿੱਤਾ ਗਿਆ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਉੱਥੇ ਹੀ ਪਿੰਡ ਵੜੈਚ ਦੀ ਵੀ ਇਹ ਗੱਲ ਕਰ ਰਹੇ ਨੇ ਕਿ ਪਿੰਡ ਵੜੈਚ ਦੀ ਜਿਹੜੀ ਜ਼ਮੀਨ ਹੈ ਉਸ 'ਤੇ ਵੀ ਕਿਤੇ ਨਾ ਕਿਤੇ ਕਬਜ਼ਾ ਜਿਹੜਾ ਆ ਉਹ ਡੇਰਾ ਸੰਸਥਾ ਦਾ ਜਿਹੜਾ ਉਹ ਹੈਗਾ ਆ ਔਰ ਉਹਦਾ 3-4 ਹਜ਼ਾਰ ਰੁਪਇਆ ਇਹਨਾਂ ਨੂੰ ਸਿਰਫ ਸਾਲਾਨਾ ਜੇ ਅਸੀਂ ਗੱਲ ਕਰ ਲਈਏ ਠੇਕਾ ਜਿਹੜਾ ਆ ਉਹ ਮਿਲ ਰਿਹਾ। ਸੋ ਜੇ ਅਸੀਂ ਬਾਹਰ ਗੱਲ ਕਰਦੇ ਹਾਂ ਤਾਂ ਬਾਹਰ ਠੇਕੇ ਦੀ ਜਿਹੜਾ ਆ 40-50 ਹਜ਼ਾਰ ਰੁਪਇਆ ਤਾਂ ਜ਼ਰੂਰ ਮਿਲਦਾ ਹੋਏਗਾ, ਪਰੰਤੂ ਇੱਥੇ 3-4 ਹਜ਼ਾਰ ਨਾਲ ਇਹ ਪਿੰਡ ਵਾਸੀ ਕਿਉਂਕਿ ਇਹਨਾਂ ਦੀਆਂ ਵੀ ਬਹੁਤ ਜ਼ਰੂਰਤਾਂ ਹੋਣਗੀਆਂ। ਸੋ ਗ੍ਰਾਂਟਾਂ ਜਿਹੜੀਆਂ ਨੇ ਉਹ ਵੀ ਇਸੇ ਹਿਸਾਬ ਨਾਲ ਹੀ ਆਉਣੀਆਂ ਹੁੰਦੀਆਂ। ਹਾਲਾਤ ਜਿਹੜੇ ਨੇ ਪਿੰਡ ਦੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਬਿਲਕੁਲ ਕੋਲ ਹੈਗਾ ਆ। ਇੱਧਰ ਡੇਰਾ ਮੁਖੀ ਦੇ ਜਿਹੜੇ ਬਣੇ ਹੋਏ ਨੇ, ਵੜੈਚ ਪਿੰਡ ਦੀ ਜ਼ਮੀਨ ਦੇ ਉੱਪਰ ਹੀ ਇਹ ਬਣਿਆ ਹੋਇਆ ਸਾਰਾ ਦਾ ਸਾਰਾ ਕੰਸਟਰਕਸ਼ਨ ਜਿਹੜੀ ਆ ਸ਼ੈੱਡ ਬਣੇ ਹੋਏ ਨੇ ਔਰ ਇਸ ਪਿੰਡ ਦੀ ਜ਼ਮੀਨ ਨੂੰ ਜਿਹੜਾ ਆ ਡੇਰੇ ਨੇ ਅਕਵਾਇਰ ਕੀਤਾ ਹੋਇਆ ਹੈ ਜਾਂ ਉਸ ਨੂੰ ਮੱਲਿਆ ਹੋਇਆ। ਇਹ ਜਾਂਚ ਕਿਤੇ ਨਾ ਕਿਤੇ ਕਰਾਉਣੀ ਜਿਹੜੀ ਆ ਬਹੁਤ ਜ਼ਰੂਰੀ ਹੈ। ਹਾਲਾਂਕਿ ਸਿਰਸਾ ਸਾਹਿਬ ਕਹਿੰਦੇ ਨੇ ਕਿ ਇਸ ਦੇ ਬਾਰੇ ਦੇ ਵਿੱਚ ਹਾਈ ਕੋਰਟ ਨੇ ਵੀ ਫੈਸਲਾ ਜਿਹੜਾ ਆ ਉਹ ਕੀਤਾ ਹੋਇਆ।